मेरे नाल ने सीनियर पत्रकार सरदार जसबीर सिंह जी पट्टी। खबरां ते करांगे चर्चा। ਗਿਆਨੀ ਮਾਨ ਸਿੰਘ अपनी स्थिति जिहड़ी आ स्पष्ट कर उस घटना ਨੂੰ ਲੈ ਕੇ हर सिख ਦਾ ਜਿਹੜਾ ਸਿਰ ਉਹ ਸ਼ਰਮ ਨਾਲ ਝੁਕਦਾ ਕਿ ਬੀਬੀ ਜਗੀਰ ਕੌਰ ਨੂੰ ਪੁੱਛਿਆ ਵੀ ਤੁਸੀਂ ਕੀਤਾ ਹੁਣ ਤੱਕ ਕੀ ਹੈ। ਕੋਈ ਚੋਰੀ ਦੇ ਦੋਸ਼ 'ਚ ਆ ਤੇ ਕੋਈ ਚਰਿੱਤਰਹੀਣ ਦੇ ਦੋਸ਼ ਦੇ ਵਿੱਚ ਆ। ਇਹਨਾਂ ਦਾ ਕੀ ਕੀਤਾ ਸੀ ਜਿਹੜੇ ਅਸਤੀਫਾ ਜਿਹੜਾ ਵਾ ਉਹ ਐਡਜੈਕਟ ਨੇ ਪ੍ਰਬੰਧ ਕਰਨਾ ਹੁੰਦਾ। ਬੀਬੀ ਕਿਵੇਂ ਪ੍ਰਬੰਧ ਕਰ ਲੇਗੀ ਜੀ। ਹੁਣ ਇਹ ਮਿਸ਼ਨਰੀ ਆ, ਇਹਨੂੰ ਰੋਕਣ ਵਾਸਤੇ ਵੀ ਕੋਈ ਚਾਲ ਹੋ ਸਕਦੀ ਹੈ ਜੀ, ਕੋਈ ਹੈਨੀ ਟ੍ਰੈਪ ਲਾਇਆ ਹੋ ਸਕਦਾ ਵਾ ਤੇ ਚਾਹੀਦਾ ਵੀ ਮਾਨ ਸਿੰਘ ਨੂੰ ਹੈਗਾ ਜੀ। ਆਪਾਂ ਹੁਣੇ ਟਰਾਈ ਕੀਤੀ ਸੀ ਫੋਨ ਤੇ ਉਹਨਾਂ ਨੂੰ ਜੀ, ਉਹਨਾਂ ਫੋਨ ਨਹੀਂ ਚੁੱਕਿਆ ਜੀ ਜੀ। ਮੈਂ ਸੋਚਦਾ ਵੀ ਇੱਦਾਂ ਕਰਕੇ ਉਹ ਗਿਆਨੀ ਮਾਨ ਚੁਗੀ ਆਪ ਸ਼ੱਕ ਦੇ ਘਰੇ ਚ ਆ ਰਹੇ। ਜੇ ਉਹ ਬਾਹਰ ਨਹੀਂ ਆਉਂਦੇ ਤੇ ਫਿਰ ਲੋਕ ਇਹੀ ਸਮਝਣਗੇ ਵੀ ਇਹਨਾਂ ਨੇ ਕੋਈ ਗਲਤੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਪ੍ਰੋਗਰਾਮ ਕਰੰਟ ਅਫੇਅਰਸ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ। ਖਬਰਾਂ ਤੇ ਕਰਾਂਗੇ ਚਰਚਾ। ਕਾफ़ी अहम खबर लैके होए हैं हाज़र। पट्टी साहब ना फतेह की सांझ पाने प्रोग्राम की शुरुआत करते हैं। वाहिगुरू जी का खालसा वाहिगुरू जी की फतेह। पट्टी साहब वाहिगुरू जी का खालसा वाहिगुरू जी की फतेह। पट्टी साहब गल फिर एक बार ਗਿਆਨੀ ਮਾਨ ਸਿੰਘ ਹੋਰਾਂ ਦੀ ਪਹਿਲਾਂ कर लीए। श्रोमणी गुरुद्वारा प्रबंधक कमेटी की अंतरिम कमेटी ਦੀ ਜਿਹੜੀ मीटिंग हुई आ ਉਹਦੇ ਵਿੱਚ ਕਿਹਾ ਗਿਆ ਆ ਕਿ ਗਿਆਨੀ ਮਾਨ ਸਿੰਘ ਆਪਣੀ ਸਥਿਤੀ ਜਿਹੜੀ ਆ ਉਹ ਸਪਸ਼ਟ ਕਰਨ ਤੇ ਕਈ ਹੋਰ ਵੀ ਫੈਸਲੇ ਜਿਹੜੇ ਆ ਉਹ ਲੈ ਗਏ ਆ। ਹੋਰ ਫੈਸਲੇ ਜਿਹੜੇ ਉਹ ਵੀ ਅਸੀਂ ਜਾਣਨਾ ਚਾਹਾਂਗੇ। ਨਾਲ ਖਾਸ ਤੌਰ ਦੇ ਉੱਤੇ ਗਿਆਨੀ ਮਾਨ ਸਿੰਘ ਹੋਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਬੀਬੀ ਜਗੀਰ ਕੌਰ ਹੋਰਾਂ ਦੇ ਖਿਲਾਫ ਬੜਾ ਪ੍ਰਚਾਰ ਜਿਹੜਾ ਆ ਉਹ ਹੋ ਰਿਹਾ ਆ ਕਿ ਉਹਨਾਂ ਨੇ ਅਸਤੀਫਾ ਜ਼ਬਰਦਸਤੀ ਲੈ ਲਿਆ ਜੀ। ਇਹਨਾਂ ਨੇ ਆਪਣੇ ਕਿਸੇ ਨੂੰ ਜਿਹੜਾ ਆ ਉਹ ਹੈੱਡ ਗ੍ਰੰਥੀ ਲਾਉਣ ਵਾਸਤੇ ਇਸ ਤਰ੍ਹਾਂ ਕੀਤਾ ਆ। ਪਰ ਵਿਚਲੀ ਗੱਲ ਜਿਹੜੀ ਆ ਉਹ ਅਜੇ ਤੱਕ ਸਾਹਮਣੇ ਨਹੀਂ ਆਈ ਕਿ ਗੱਲ ਜਿਹੜੀ ਆ ਉਹ ਅਸਲ ਦੇ ਵਿੱਚ ਹੈ ਕੀ ਹੈ। ਚਾਹੇ ਅਸੀਂ ਪਿਛਲੀ ਇੰਟਰਵਿਊ ਦੇ ਵਿੱਚ ਗੱਲ ਜਿਹੜੀ ਆ ਉਹ ਥੋੜ੍ਹੀ ਜਿਹੀ ਸਮਝਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਵੀ ਸੀ। ਸੋ ਇਸ ਮੀਟਿੰਗ ਤੋਂ ਬਾਅਦ ਦੇ ਵਿੱਚ ਕੀ ਗਿਆਨੀ ਮਾਨ ਸਿੰਘ ਹੁਣ ਮੀਡੀਆ ਦੇ ਸਾਹਮਣੇ ਆਉਣਗੇ? ਅਸੀਂ ਵੀ ਹੁਣੇ ਉਹਨਾਂ ਨੂੰ 2 ਵਾਰਾਂ ਜਿਹੜਾ ਫੋਨ ਆ ਉਹ ਟਰਾਈ ਕੀਤਾ ਪਰ ਫੋਨ ਉਹ ਉਠਾ ਨਹੀਂ ਰਹੇ। ਜਿੱਥੋਂ ਤੱਕ ਗਿਆਨੀ ਮਾਨ ਸਿੰਘ ਤੇ ਸ਼੍ਰੋਮਣੀ ਕਮੇਟੀ ਦੀ ਗੱਲ ਹੈ ਜੀ, ਜਿਹੜੀ ਕੱਲ੍ਹ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਹੋਈ ਉੱਥੇ ਕਾਫੀ ਚਰਚਾ ਦਾ ਵਿਸ਼ਾ ਰਿਹਾ ਜੀ। ਕਿਉਂਕਿ ਤੁਹਾਨੂੰ ਪਤਾ ਹੈ ਵੀ ਗੁਰਦੁਆਰਾ ਜੈਤੋ ਗੰਗਸਰ ਵਿਖੇ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ ਜੀ ਜੀ, ਉਸ ਘਟਨਾ ਨੂੰ ਲੈ ਕੇ ਹਰ ਸਿੱਖ ਦਾ ਜਿਹੜਾ ਸਿਰ ਉਹ ਸ਼ਰਮ ਨਾਲ ਝੁਕਦਾ। ਹੁਣ ਉਹ ਜਿਹੜੇ ਬੰਦੇ ਸੀ ਉੱਥੇ ਉਹ ਲੀਡਰਾਂ ਦੇ ਬੰਦੇ ਸੀਗੇ ਜੀ ਜੀ, ਉਹ ਮੈਂਬਰਾਂ ਦੇ ਬੰਦੇ ਸੀਗੇ। ਸੁਖਦੇਵ ਸਿੰਘ ਬਾਠ ਜਿਹੜਾ ਭਤੀਜਾ ਸੁਖਮਿੰਦਰ ਸਿੰਘ ਦਾ ਭਤੀਜਾ ਵਾ ਜੀ, 4 ਸਾਲ ਪਹਿਲਾਂ ਉਹ ਜਿੱਥੇ ਕੜਾਹ ਪ੍ਰਸ਼ਾਦ ਬਣਦਾ ਉੱਥੋਂ ਇੱਕ ਔਰਤ ਨਾਲ ਫੜਿਆ ਗਿਆ। ਬੂਹਾ ਲੋਕਾਂ ਨੇ ਬੰਦ ਕਰਤਾ। ਮੁੜ ਕੇ ਉਹਨੇ ਕਿਹਾ ਜੀ ਮੈਂ ਆਪੇ ਨਾ ਠੀਕ ਕਰੂੰਗਾ, ਲੇਕਿਨ ਉਹਨੇ ਕੁਛ ਨਹੀਂ ਕੀਤਾ ਜੀ। ਬਾਅਦ ਦੇ ਵਿੱਚ ਮੈਂਬਰ ਸਾਹਿਬ ਦੀ ਜਿਹੜੀ ਉਹ ਡੈਥ ਹੋ ਗਈ ਤੇ ਹੁਣ ਉਹਨਾਂ ਬੰਦੇ ਜਿਹੜੇ ਫੜੇ ਗਏ ਤੇ ਪਰਚਾ ਵੀ ਹੋ ਗਿਆ, ਉਹ ਅਰੈਸਟ ਵੀ ਹੋ ਗਏ। ਲੇਕਿਨ ਜਿਹੜਾ ਮੈਨੇਜਰ ਕੁਲਵਿੰਦਰ ਸਿੰਘ ਸੀ ਉਹ ਬੇਸਿਕਲੀ ਉਹ ਬਰਗਾੜੀ ਪਿੰਡ ਦਾ ਰਹਿਣ ਵਾਲਾ। ਅੱਛਾ ਜੀ। ਜਦੋਂ ਬਰਗਾੜੀ ਦਾ ਮਾਮਲਾ ਆਇਆ ਤਾਂ ਉਹਨੇ ਕਾਫੀ ਚੰਗਾ ਰੋਲ ਨਿਭਾਇਆ ਸੀ ਉਹਦੇ ਵਿੱਚ। ਲੇਕਿਨ ਮੈਨੇਜਰ ਦੇ ਉੱਤੇ ਇੰਨਾ ਕੁ ਦਬਾਅ ਬਣਿਆ ਸੀ ਮੈਂਬਰਾਂ ਦਾ ਵੀ ਮੈਂਬਰ ਤੇ ਕੁਛ ਕਰ ਨਹੀਂ ਦਿੰਦੇ। ਉਹ ਕਹਿੰਦੇ ਜੋ ਅਸੀਂ ਕਹਿੰਦੇ ਉਹ ਕਰ। ਉਹਨੇ ਪਹਿਲਾਂ ਵੀ ਸ਼ਿਕਾਇਤ ਕੀਤੀ ਕਈ ਵਾਰੀ ਇਹਨਾਂ ਨੂੰ ਮੈਂਬਰਾਂ ਨੂੰ, ਮੈਂਬਰ ਸਾਹਿਬ ਇਹ ਤੁਹਾਡੇ ਬੰਦੇ ਠੀਕ ਨਹੀਂ ਹੈਗੇ ਨੇ, ਕੋਈ ਗੱਲ ਨਹੀਂ ਚੱਲਣ ਦੇ ਜੀ, ਚੱਲਣ ਦੇ ਤੁਸੀਂ ਜੀ। ਹੁਣ ਉਸ ਚੀਜ਼ ਨੂੰ ਲੈ ਕੇ ਕੱਲ ਐਗਜ਼ੈਕਟਿਵ ਕਮੇਟੀ 'ਚ ਕਾਫੀ ਰੌਲਾ ਪਿਆ। 2 ਮੈਂਬਰ ਨੇ, 15 ਮੈਂਬਰੀ ਕਮੇਟੀ ਦੇ ਵਿੱਚ 2 ਮੈਂਬਰ ਨੇ ਸਿਰਫ ਜੀ। ਇੱਕ ਮਿੱਠੂ ਸਿੰਘ ਕਾਨੇਕੇ ਤੇ ਇੱਕ ਅਮਰੀਕ ਸਿੰਘ ਸ਼ਾਹਪੁਰ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਨੇ ਜੀ, ਜਿਹੜੇ ਕਿ ਉੱਥੇ ਵਿਰੋਧ ਦਾ ਮਤਾ ਠਾ ਸਕਦੇ ਨੇ। ਉਹਨਾਂ ਨੇ ਇਹ ਗੱਲ ਕੀਤੀ, ਬੀਬੀ ਜਗੀਰ ਕੌਰ ਨੂੰ ਪੁੱਛਿਆ ਵੀ ਤੁਸੀਂ ਕੀਤਾ ਹੁਣ ਤੱਕ ਕੀ ਹੈ। ਉਹਨਾਂ ਨੇ 26 ਬੰਦਿਆਂ ਦੀ ਲਿਸਟ ਦਿੱਤੀ ਬਕਾਇਆ ਤੌਰ ਤੇ ਜੀ ਵੀ ਇਹ ਬੰਦੇ ਕੋਈ ਚੋਰੀ ਦੇ ਦੋਸ਼ 'ਚ ਆ ਤੇ ਕੋਈ ਚਰਿੱਤਰਹੀਣ ਦੇ ਦੋਸ਼ ਦੇ ਵਿੱਚ ਆ। ਇਹਨਾਂ ਦਾ ਕੀ ਕੀਤਾ ਜੀ? ਉਹਦੇ ਵਿੱਚ ਜਿਹੜੀਆਂ ਸਬ ਕਮੇਟੀਆਂ ਬਣੀਆਂ ਉਹਨਾਂ ਨੇ ਪੜਤਾਲ ਕਰਕੇ ਸਿਫਾਰਿਸ਼ ਕਰਤੀ ਵੀ ਇਹਨਾਂ ਨੂੰ ਜੁਰਮਾਨਾ ਕਰਕੇ ਤੇ ਬਹਾਲ ਕੀਤਾ ਜਾਵੇ ਜੀ। ਮਤਲਬ ਇਹ ਵੀ ਮੈਂਬਰਾਂ ਦੀ ਸਿਫਾਰਿਸ਼ ਹੋ ਗਈ। ਫਿਰ ਕੱਲ ਉਹਨਾਂ ਫਿਰ ਰੌਲਾ ਪਾਇਆ ਤੇ ਉਹਦੇ ਵਿੱਚੋਂ ਕਰੀਬ ਮੇਰੇ ਖਿਆਲ ਕੋਈ 15 ਜਾਂ 16 ਮੈਂਬਰ ਜਿਹੜੇ ਮੁਲਾਜ਼ਮ ਉਹ ਵੀ ਡਿਸਮਿਸ ਕੀਤੇ ਸੀ ਕਰਕੇ ਚਰਿੱਤਰਹੀਣਤਾ ਦੇ ਕੇਸ ਦੇ ਵਿੱਚ ਜੀ। ਇੰਨੀ ਹਾਲਤ ਮਾੜੀ ਹੈ ਜੀ। ਮੈਂ ਜੇ ਥੋੜਾ ਜਿਹਾ ਪਿੱਛੇ ਹੋਰ ਚੱਲ ਜਾ ਜੀ, ਇੱਕ ਵਾਰੀ ਟ੍ਰਿਬਿਊਨ ਅਖਬਾਰ ਵਾਲਿਆਂ ਇੱਕ ਜਾਣਕਾਰੀ ਮੰਗੀ ਸੀ ਪੰਜਾਬ ਪੁਲਿਸ ਦੇ ਡੀਜੀਪੀ ਕੋਲੋਂ ਜੀ, ਔਰ ਉਸ ਡੀਜੀਪੀ ਕੋਲ ਜਾਣਕਾਰੀ ਮੰਗੀ, ਸਾਨੂੰ ਦੱਸਿਆ ਜਾਵੇ ਵੀ ਐਸਜੀਪੀਸੀ 'ਚ ਬੰਦੇ ਕ੍ਰਿਮੀਨਲ ਕਿੰਨੇ ਜੀ। ਉਸ ਜਾਣਕਾਰੀ ਦੇ ਮੁਤਾਬਕ ਜਿਹੜਾ ਹਰ ਚੌਥਾ ਮੁਲਾਜ਼ਮ ਉੱਥੇ ਕ੍ਰਿਮੀਨਲ ਆ
ਅੱਛਾ ਜੀ। ਇਹ ਅੱਡਾ ਕ੍ਰਿਮੀਨਲ ਨਹੀਂ ਹੈਗਾ, ਇਹ ਧਾਰਮਿਕ ਵਿਅਕਤੀਆਂ ਦਾ, ਜੀ ਜੀ, ਉੱਚੀ ਤੇ ਸੁੱਚੀ ਸੋਚ ਰੱਖਣ ਵਾਲਿਆਂ ਦਾ ਵਾ। ਜੀ। ਫਿਰ ਇਹੋ ਜਿਹੇ ਕੰਮ ਧੋਣੇ ਹੋਣੇ ਨਾ ਜੀ। ਹੁਣ ਉਹਦੇ ਵਿੱਚ ਗਿਆਨੀ ਮਾਨਸੋ ਦੀ ਵੀ ਗੱਲ ਚੱਲ ਪਈ ਜੀ, ਵੀ ਗਿਆਨੀ ਮਾਨਸੋ ਨੂੰ ਸਪਸ਼ਟ ਕੀਤਾ ਜਾਵੇ ਵੀ ਉਹਦੀ ਕਹਾਣੀ ਕੀ ਹੋਈ ਆ, ਉਹਦਾ ਇੰਨੀ ਜਲਦੀ ਅਸਤੀਫਾ ਲੈ ਕੇ ਮਨਜ਼ੂਰ ਕਿਉਂ ਕੀਤਾ ਗਿਆ। ਉਹਦੇ ਵੇਲੇ ਬੀਬੀ ਜਗੀਰ ਕੌਰ ਨੇ ਇੰਨੀ ਗੱਲ ਕਹੀ ਵੀ ਗਿਆਨੀ ਮਾਨਸੋ ਨੂੰ ਖੁਦ ਚਾਹੀਦਾ ਉਹ ਸੰਗਤ ਦੇ ਸਾਹਮਣੇ ਆ ਕੇ ਆਪਣਾ ਸਪਸ਼ਟੀਕਰਨ ਦੇਵੇ ਅਸਤੀਫਾ ਕਿਉਂ ਦਿੱਤਾ। ਜੀ, ਜੋ ਸਾਨੂੰ ਉਹਨੇ ਲਿਖ ਕੇ ਦਿੱਤਾ ਉਹ ਬਕਾਇਦਾ ਤੌਰ ਤੇ ਇਹ ਲਿਖ ਕੇ ਦਿੱਤਾ ਵੀ ਮੇਰੀ ਸਿਹਤ ਠੀਕ ਨਹੀਂ ਗਈ, ਜਿਹਦੇ ਕਰਕੇ ਮੈਂ ਹੋਰ ਆਪਣੀ ਨੌਕਰੀ ਜਾਰੀ ਨਹੀਂ ਰੱਖ ਸਕਦਾ, ਮੇਰਾ ਅਸਤੀਫਾ ਪ੍ਰਵਾਨ ਕੀਤਾ ਜਾਵੇ। ਜੀ, ਉਹਨੇ ਪ੍ਰਵਾਨ ਵੀ ਕਰ ਲਿਆ। ਬੇਸਿਕਲੀ ਅਸਤੀਫਾ ਉਹ ਮਿੱਠੂ ਸਿੰਘ ਕਾਹਨੇ ਕੇ ਗੱਲ ਕਹਿੰਦਾ ਸੀ, ਜਿਹੜੇ ਅਸਤੀਫਾ ਜਿਹੜਾ ਵਾ ਉਹ ਐਡਜੈਕਟ ਨੇ ਪ੍ਰਵਾਨ ਕਰਨਾ ਹੁੰਦਾ, ਬੀਬੀ ਕਿਵੇਂ ਪ੍ਰਵਾਨ ਕਰ ਲੇਗੀ। ਜੀ, ਹੁਣ ਕਹਾਣੀ ਕੀ ਪਿਛਲੇ ਪਾਸੇ ਗਿਆਨੀ ਮਾਨ ਸਿੰਘ ਇਹਨਾਂ ਸਾਰਿਆਂ ਤੋਂ ਸੀਨੀਅਰ ਸੀਗਾ। ਗਿਆਨੀ ਜਗਤਾਰ ਸਿੰਘ ਹੋਰੀ ਜਲਦੇ ਐਕਸਟੈਂਸ਼ਨ ਦੇ ਉੱਤੇ ਜੀ, ਐਡੀਸ਼ਨਲ ਗ੍ਰੰਥੀ ਵੀ ਤੇ ਹੈਡ ਗ੍ਰੰਥੀ ਵੀ, ਦੋਵੇਂ ਚੱਲਦੇ ਇਹਦੇ ਤੇ ਐਕਸਟੈਂਸ਼ਨ ਦੇ ਉੱਤੇ, ਤੇ ਉਹਨਾਂ ਦੀ ਕਿਸੇ ਵੇਲੇ ਵੀ ਘਰ ਨੂੰ ਤੁਰਿਆ ਜਾ ਸਕਦਾ ਜੀ। ਇਹਨਾਂ ਨੇ ਪਿੱਛੇ ਜੇ ਕੋਸ਼ਿਸ਼ ਕੀਤੀ ਸੀ ਨਵੇਂ ਗ੍ਰੰਥੀ ਭਰਨ ਦੀ ਭਰਤੀ ਕਰਨ ਦੀ, ਲੇਕਿਨ ਸਿਫਾਰਸ਼ਾਂ ਬੜੀਆਂ ਆ ਗਈਆਂ ਸੀ ਜੀ। ਹੁਣ ਸਭ ਤੋਂ ਸੀਨੀਅਰ ਗਿਆਨੀ ਮਾਨ ਸਿੰਘ ਆ ਜੀ, ਤੇ ਗਿਆਨੀ ਮਾਨ ਸਿੰਘ ਆ ਮਿਸ਼ਨਰੀ ਜੀ। ਇੱਕ ਟਕਸਾਲੀ ਤੇ ਮਿਸ਼ਨ ਦਾ ਬੜਾ ਮੈਂ ਸੋਚਦਾ ਵੀ ਆਪਸੇ ਤਣਾਅ ਪੈਦਾ ਇਹਦੇ ਚ। ਜਿਹੜੇ ਟਕਸਾਲੀ ਨੇ ਉਹ ਕਹਿੰਦੇ ਆ ਵੀ ਜਿਹੜਾ ਦਰਬਾਰ ਸਾਹਿਬ ਹੈਡ ਗ੍ਰੰਥੀ ਉਹ ਸਾਡਾ ਲੱਗਣਾ ਚਾਹੀਦਾ। ਹੁਣ ਇਹ ਮਿਸ਼ਨਰੀ ਆ, ਇਹਨੂੰ ਰੋਕਣ ਵਾਸਤੇ ਵੀ ਕੋਈ ਚਾਲ ਹੋ ਸਕਦੀ ਹੈ ਜੀ, ਕੋਈ ਹੈਨੀ ਟ੍ਰੈਪ ਲਾਇਆ ਹੋ ਸਕਦਾ ਵਾ। ਬੇਸਿਕਲੀ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਪਿੱਛੇ ਲੈ ਜਾ ਜੀ। ਦਮਦਮੀ ਟਕਸਾਲ ਦੇ ਉੱਤੇ ਇੱਕ ਕਿਤਾਬ ਲਿਖੀ ਗਈ ਜੀ। ਉਹ ਕਿਤਾਬ ਦੇ ਵਿੱਚ ਦਮਦਮੀ ਟਕਸਾਲ ਨੂੰ ਜਿਹੜਾ ਸੀ ਬਾਬੇ ਦੀਪ ਸਿੰਘ ਨਾਲ ਜੋੜਿਆ ਗਿਆ ਜੀ। ਉਹ ਕਿਤਾਬ ਜਿਹੜੀ ਸੀ ਰਿਲੀਜ਼ ਕਰਨੀ ਸੀ ਨਾ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਜੀ। ਦਮਦਮਾ ਸਾਹਿਬ ਤੇ ਉੱਥੇ ਹੈਡ ਗ੍ਰੰਥੀ ਗਿਆਨੀ ਮਾਨ ਸਿੰਘ ਸੀ ਜੀ, ਮੱਕੜ ਸਾਹਿਬ ਪ੍ਰਧਾਨ ਸੀਗੇ। ਜਦੋਂ ਕਿਤਾਬ ਰਿਲੀਜ਼ ਕਰਨ ਲੱਗੇ ਤੇ ਉਹ ਗਿਆਨੀ ਮਾਨ ਸਿੰਘ ਨੂੰ ਕਹਿੰਦੇ ਵੀ ਗਿਆਨੀ ਤੁਸੀਂ ਅਰਦਾਸ ਕਰੋ ਜੀ। ਉਹ ਕਹਿੰਦਾ ਮੈਂ ਅਰਦਾਸ ਹੀ ਕਰੂੰਗਾ ਜੀ। ਕਹਿੰਦਾ ਕਿਉਂ? ਕਹਿੰਦਾ ਕਿਤਾਬ ਝੂਠੀ ਆ। ਝੂਠ ਦੀ ਕਿਤਾਬ ਮੈਂ ਅਰਦਾਸ ਕਿਉਂ ਕਰੂੰਗਾ? ਦਮਦਮੀ ਟਕਸਾਲ ਦਾ ਬਾਬੇ ਦੀਪ ਸਿੰਘ ਦੀ ਟਕਸਾਲ ਨਾਲ ਕੋਈ ਸੰਬੰਧ ਨਹੀਂ ਹੈਗਾ ਜੀ। ਜੇ ਤੁਸੀਂ ਪਿੱਛੇ ਚੱਲ ਜਾਓ, ਜੇ ਤੁਹਾਨੂੰ ਲਿਖਤਾਂ ਮਿਲਣ ਸੰਤ ਭਿੰਡਰਾਂ ਵਾਲੇ ਦੀਆਂ ਜੀ, ਉਹ ਲਿਖਦੇ ਸੀ ਜਥਾ ਭਿੰਡਰਾਂ ਮਹਿਤਾ ਜੀ, ਦਮਦਮੀ ਟਕਸਾਲ ਨਹੀਂ ਲਿਖਦੇ ਜੀ। ਲੇਕਿਨ ਜਹੇਦਾਰ ਗੁਰਚਰਨ ਸਿੰਘ ਟੋੜਾ ਨੇ ਇਹਨੂੰ ਟਕਸਾਲ ਕਹਿ ਕੇ ਦਮਦਮੀ ਟਕਸਾਲ ਕਹਿ ਕੇ ਤੇ ਵਡਿਆਇਆ ਜੀ, ਕਿਉਂਕਿ ਉਹਨਾਂ ਨੇ ਜਥੇਦਾਰ ਨੂੰ ਸਿੰਘ ਸਾਹਿਬ ਕਿਹਾ ਸੀਗਾ ਜੀ। ਅੱਜ ਸਾਡੇ ਜਥੇਦਾਰ ਉਹ ਆਪਣੇ ਨੂੰ ਜਥੇਦਾਰ ਨਹੀਂ ਖਵਾਉਂਦੇ, ਸਿੰਘ ਸਾਹਿਬ ਜ਼ਿਆਦਾ ਖਵਾ ਕੇ ਖੁਸ਼ ਹੁੰਦੇ ਆ ਜੀ। ਇਹ 2 ਲਕਬ ਦਿੱਤੇ ਸੀ ਉਹਨਾਂ ਨੇ। ਇਹਨਾਂ ਨੇ ਕੀ ਕੀਤਾ ਵੀ ਉਸ ਦਮਦਮੀ ਟਕਸਾਲ ਨੂੰ ਬਾਬਾ ਦੀਪ ਸਿੰਘ ਨਾਲ ਜੋੜਤਾ, ਜਦੋਂ ਕਿ ਉਹ ਜੁੜਦੀ ਨਹੀਂ। ਹੁਣ ਉਹਦੇ ਵਿੱਚ ਗਿਆਨੀ ਮਾਨ ਸਿੰਘ ਨੇ ਮਨਾ ਕਰਤਾ ਜੀ। ਜਦੋਂ ਇੰਨੀ ਗੱਲ ਕਹਿਤੀ ਵੀ ਮੈਂ ਨਹੀਂ ਅਰਦਾਸ ਕਰਨੀ, ਤੇ ਮੱਕੜ ਨੇ ਕਿਹਾ ਤੈਨੂੰ ਅਸਤੀਫਾ ਦੇਣਾ ਪਈ, ਤੇ ਉਹਨੇ ਉਸੇ ਵੇਲੇ ਅਸਤੀਫਾ ਦੇ ਕੇ ਪਾਸੇ ਹੋ ਗਿਆ ਸੀ ਉਸ ਟਾਈਮ ਦੇ ਉੱਤੇ ਵੀ ਹੈਡ ਗ੍ਰੰਥੀਸ਼ਿਪ ਤੋਂ। ਮੁੜ ਕੇ ਫਿਰ ਬਾਅਦ ਵਿੱਚ ਜਦੋਂ ਇੱਥੇ ਭਰਤੀ ਉਹਦੀ ਹੋਈ ਆ, ਬਾਅਦ ਚ ਪੋਸਟਾਂ ਨਿਕਲੀਆਂ, ਉਹਦੇ ਅਪਲਾਈ ਕੀਤਾ, ਫਿਰ ਚੁਣਿਆ ਗਿਆ, ਇੱਥੇ ਗ੍ਰੰਥੀ ਬਣ ਗਿਆ। ਗ੍ਰੰਥੀ ਬਣਨ ਤੋਂ ਬਾਅਦ ਅੱਜ ਵੀ ਜੋ ਮਹਿਸੂਸ ਕੀਤਾ ਜਾ ਰਿਹਾ ਵੀ ਦਮਦਮੀ ਟਕਸਾਲ ਜਿਹੜੀ ਟਕਸਾਲੀਏ ਨੇ ਉਹਨਾਂ ਦਾ ਤੇ ਮਿਸ਼ਨਰੀ ਦਾ ਜਿਹੜਾ ਤਣਾਅ ਚੱਲਦਾ ਵਾ ਆਪਸ ਵਿੱਚ, ਜਿਹੜਾ ਟਕਰਾਓ ਚੱਲਦਾ ਆਪਸ ਵਿੱਚ, ਉਹਦੇ ਵਿੱਚ ਸ਼ਾਇਦ ਗਿਆਨੀ ਮਾਨ ਸਿੰਘ ਨੂੰ ਸਿੱਖ ਲੱਗਿਆ। ਪਰ ਪੱਟੀ ਸਾਹਿਬ ਬੀਬੀ ਜਗੀਰ ਕੌਰ ਜਿਹੜੇ ਆ ਉਹ ਤਾਂ ਗਿਆਨੀ ਮਾਨ ਸਿੰਘ ਨੂੰ ਜਿਹੜਾ ਸੁਣਨ ਦੇ ਵਿੱਚ ਆਇਆ ਕਿ ਉਹ ਉਹਨਾਂ ਨੂੰ ਹੀ ਹੈਡ ਗ੍ਰੰਥੀ ਦੇ ਤੌਰ ਦੇ ਉੱਤੇ ਲਾਉਣਾ ਚਾਹੁੰਦੇ ਸੀ। ਮੈਂ ਤੁਹਾਨੂੰ ਇਹ ਗੱਲ ਕਹੀ ਨਾ ਜੀ, ਪੋਸੀਬਿਲਿਟੀ ਆ ਵੀ ਗਿਆਨੀ ਮਾਨ ਸਿੰਘ ਨੂੰ ਹਨੀ ਟ੍ਰੈਪ 'ਚ ਫਸਾਇਆ ਹੋਵੇ। ਲੇਕਿਨ ਇਹਦੇ ਬਾਰੇ ਬੀਬੀ ਜਗੀਰ ਕੌਰ ਨੇ ਇਸੇ ਕਰਕੇ ਕੱਲ ਇੰਨੀ ਗੱਲ ਕਹੀ ਆ ਵੀ ਗਿਆਨੀ ਮਾਨ ਸਿੰਘ ਦਾ ਅਸਤੀਫਾ ਅਸੀਂ ਪ੍ਰਵਾਨ ਕਰ ਲਿਆ। ਉਹਨੇ ਕਹਿਤਾ ਮੇਰੀ ਸਿਹਤ ਨਹੀਂ ਆਗਿਆ ਦਿੰਦੀ, ਮੇਰੀ ਸਿਹਤ ਨਸਾਜ ਆ ਜੀ। ਅਸੀਂ ਇਹ ਚਾਹੁੰਦੇ ਆ ਵੀ ਗਿਆਨੀ ਮਾਨ ਸਿੰਘ ਹੋਰੀ ਜੋ ਰੌਲਾ ਪੈ ਰਿਹਾ ਵਾ ਸੰਗਤਾਂ 'ਚ, ਜੋ ਚਰਚਾ ਹੈਗੀ ਆ ਉਹਦੇ ਬਾਰੇ ਆ ਕੇ ਸਪਸ਼ਟ ਕਰਨ ਵੀ ਉਹ ਕਹਾਣੀ ਕੀ ਆ ਤੇ ਕੀ ਨਹੀਂ, ਤਾਂ ਕਿ ਲੋਕ ਜਿਹੜੇ ਦੁਚਿੱਤੀ 'ਚ ਨੇ ਉਹ 'ਚੋਂ ਨਿਕਲ ਸਕਣ ਜੀ। ਤੇ ਚਾਹੀਦਾ ਵੀ ਮਾਨ ਸਿੰਘ ਨੂੰ ਹੈਗਾ ਜੀ। ਆਪਾਂ ਵੀ ਹੁਣੇ ਟਰਾਈ ਕੀਤੀ ਸੀ ਫੋਨ ਤੇ ਉਹਨਾਂ ਨੂੰ ਜੀ, ਉਹਨਾਂ ਫੋਨ ਨਹੀਂ ਚੁੱਕਿਆ ਜੀ। ਮੈਂ ਸੋਚਦਾ ਵੀ ਇਦਾਂ ਕਰਕੇ ਉਹ ਗਿਆਨੀ ਮਾਨ ਸੁਗਰੀ ਆਪ ਸ਼ੱਕ ਦੇ ਘੇਰੇ ਚ ਆ ਰਹੇ ਨੇ ਜੀ ਬਿਲਕੁਲ, ਵਾਕਿਆ ਕੋਈ ਗੱਲਬਾਤ ਹੈਗੀ, ਇਸ ਕਰਕੇ ਉਹਨਾਂ ਨੂੰ ਆ ਕੇ ਬਾਹਰ ਆ ਕੇ ਸਪਸ਼ਟੀਕਰਨ ਦੇਣਾ ਚਾਹੀਦਾ ਵਾ ਜੀ। ਹਨੀ ਟ੍ਰੈਪ 'ਚ ਫਸੇ ਨੇ, ਜਾਂ ਕੋਈ ਕਹਾਣੀ ਸੀ, ਜਾਂ ਕੋਈ ਗਲਤੀ ਹੋਈ ਆ, ਜਾਂ ਫਸਾਇਆ ਗਿਆ। ਜੇ ਉਹ ਬਾਹਰ ਨਹੀਂ ਆਉਂਦੇ ਤੇ ਫਿਰ ਲੋਕ ਇਹੀ ਸਮਝਣਗੇ ਵੀ ਇਹਨਾਂ ਨੇ ਕੋਈ ਗਲਤੀ ਕੀਤੀ ਹੈ ਜੀ। ਪੱਟੀ ਸਾਹਿਬ ਅਗਲੀ ਖਬਰ ਲਈਏ। ਅਗਲੀ ਖਬਰ ਜਿਹੜੀ ਆ ਉਹ ਪੰਜਾਬ ਦੀ ਸਿਆਸਤ ਦੇ ਨਾਲ
ਜਿਹੜੀ ਆ ਉਹ ਜੁੜੀ ਹੋਈ ਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਮੁਲਾਕਾਤ ਕੀਤੀ ਆ। ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਜੇਕਰ ਅਸੀਂ ਕਰੀਏ ਤਾਂ ਦੋਨੇ ਜਣੇ ਹੀ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਹੀ ਹਮੇਸ਼ਾ ਜਿਹੜੇ ਬਿਆਨ ਆ ਉਹ ਦਿੰਦੇ ਰਹੇ ਆ। ਪਰ ਕੈਪਟਨ ਅਮਰਿੰਦਰ ਸਿੰਘ ਦੀ ਹੁਣ ਐਡੀ ਕੀ ਮਜਬੂਰੀ ਜਿਹੜੀ ਆ ਉਹ ਬਣ ਗਈ ਕਿ ਉਹ ਬਾਜਵਾ ਤੱਕ ਵੀ ਪਹੁੰਚ ਕਰ ਰਹੇ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਜਿਹੜੇ ਆ ਉਹ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਵੀ ਆਏ ਆ ਤੇ ਨਵਜੋਤ ਸਿੰਘ ਸਿੱਧੂ ਦੀ ਹਾਂ ਦੇ ਵਿੱਚ ਹਾਂ ਵੀ ਪ੍ਰਤਾਪ ਸਿੰਘ ਬਾਜਵਾ ਨੇ ਮਿਲਾਈ ਆ। ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਜੀ ਤੇ ਉਹ ਕੇਲਾ ਚੱਲਣ ਵਾਲੀ ਗੱਲ ਆ ਜੀ। ਉਹ ਬੰਦਾ ਨਾ ਕਿਸੇ ਨੂੰ ਮਿਲਦਾ ਨਾ ਕਿਸੇ ਨੂੰ ਕੋਈ ਗੱਲ ਕਰਦਾ, ਲੇਕਿਨ ਉਹ 2 ਵਾਰੀ ਕਹਿ ਚੁੱਕਾ ਹੈ। ਇੱਕ ਵਾਰੀ ਜਦੋਂ ਪਾਕਿਸਤਾਨ ਗਿਆ ਸੀ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਵਾਸਤੇ, ਉਦੋਂ ਉਹਨੇ ਕਿਹਾ ਸੀ ਮੇਰੀ ਜ਼ਿੰਦਗੀ ਹੁਣ ਜਿਹੜੀ ਉਹ ਗਾਂਧੀ ਪਰਿਵਾਰ ਦੇ ਲੇਖੇ 'ਚ ਲੱਗ ਚੁੱਕੀ ਹੈ। ਮਹੀਨਾ ਕੁ ਪਹਿਲਾਂ ਫਿਰ ਉਹਨੇ ਕਿਹਾ ਵੀ ਮੈਂ ਕਾਂਗਰਸ ਰਹੂੰਗਾ, ਮੈਂ ਕਾਂਗਰਸੀ ਆ, ਮੈਂ ਬੜੀ ਮੁਸ਼ਕਲ ਨਾਲ ਆਪਣੀ ਘਰ ਵਾਪਸੀ ਕੀਤੀ, ਮੇਰੀ ਮਾਂ ਕਾਂਗਰਸੀ, ਮੇਰਾ ਪਿਓ ਕਾਂਗਰਸੀ ਸੀ, ਲੇਕਿਨ ਅੱਜ ਮੈਂ ਗਾਂਧੀ ਪਰਿਵਾਰ ਦੀ ਜਿਹੜੀ ਆ ਉਹਨਾਂ ਦੇ ਨਾਲ ਰਹੂੰਗਾ ਤੇ ਗਾਂਧੀ ਪਰਿਵਾਰ ਦੇ ਮੇਰੀ ਜ਼ਿੰਦਗੀ ਲੇਖੇ ਲੱਗ ਚੁੱਕੀ ਹੈ। ਦੂਜੀ ਵਾਰੀ ਕਿਹਾ ਉਹਨਾਂ ਨੇ ਜੀ। ਉੱਥੋਂ ਇਹ ਸਪਸ਼ਟ ਹੋ ਗਿਆ ਸੀ ਵੀ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਕਾਂਗਰਸ ਨਹੀਂ ਛੱਡਣਗੇ। ਲੇਕਿਨ ਅਫਸੋਸ ਇਸ ਗੱਲ ਦਾ ਵੀ ਨਵਜੋਤ ਸਿੰਘ ਸਿੱਧੂ ਅੱਜ ਵੀ ਕਿਸੇ MLA ਨੂੰ, ਕਿਸੇ ਕੌਂਸਲਰ ਨੂੰ, ਕਿਸੇ ਵਿਅਕਤੀ ਨੂੰ ਮਿਲ ਨਹੀਂ ਰਹੇ ਜੀ। ਇੱਥੋਂ ਤੱਕ ਕਿ ਪ੍ਰਗਟ ਸਿੰਘ ਖਾਸਮ ਖਾਸ ਸੀ, ਉਹਨੇ ਵੀ ਪ੍ਰੈਸ ਕਾਨਫਰੰਸ ਕਹਿਤਾ ਜੀ ਵੀ ਸਿੱਧੂ ਦਾ ਸਵਾਲ ਸਿੱਧੂ ਨੂੰ ਜਾ ਕੇ ਪੁੱਛੋ, ਮੇਰੇ ਨਾਲ ਗੱਲ ਨਾ ਕਰੋ। ਇਹਦਾ ਮਤਲਬ ਕਿਤੇ ਕਿਤੇ ਸਿੱਧੂ ਸਾਹਿਬ ਕੇਲਾ ਚੱਲਣ ਦੀ ਨੀਤੀ ਚੱਲਦੇ ਆ ਜੀ। ਜਿਹੜੀ ਗੱਲ ਬਾਜਵਾ ਸਾਹਿਬ ਦੀ ਗੱਲ ਕਰਦੇ ਆ, ਜਦੋਂ 2012 ਦੇ ਵਿੱਚ ਦੂਸਰੀ ਵਾਰੀ ਕਾਂਗਰਸ ਹਾਰ ਗਈ ਹੈ ਜੀ ਤੇ ਕਾਂਗਰਸ ਹਾਈ ਕਮਾਂਡ ਨੇ ਫਿਰ ਕੀਤਾ ਵੀ ਇਹਨਾਂ ਨੂੰ ਕਹਿਤਾ ਕੈਪਟਨ ਸਾਹਿਬ ਨੂੰ, ਭਾਈ ਹੁਣ ਤੁਸੀਂ ਰੈਸਟ ਕਰੋ, ਤੁਸੀਂ ਲਾਇਕ ਨਹੀਂ ਰਹੇ ਪ੍ਰਧਾਨਗੀ ਦੇ ਜੀ। ਉਸ ਟਾਈਮ ਤੇ ਬਾਜਵਾ ਸਾਹਿਬ ਨੂੰ, ਪ੍ਰਤਾਪ ਸਿੰਘ ਬਾਜਵਾ ਨੂੰ ਜਦੋਂ ਪ੍ਰਧਾਨ ਬਣਾ ਦਿੱਤਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਪ੍ਰਧਾਨ ਮੰਤਰੀ ਨੂੰ ਟੋਟਲੀ ਇਨਕਾਰ ਕਰ ਦਿੱਤਾ ਸੀ। ਬਿਲਕੁਲ ਇਨਕਾਰ ਨਹੀਂ ਕੀਤਾ। ਜੇ ਕਿਤੇ ਬਾਜਵੇ ਨੇ ਪਾਰਟੀ ਦੀ ਇੱਕ ਰੈਲੀ ਕੀਤੀ ਹੈ ਤਾਂ ਉਹਦੇ ਮੁਕਾਬਲੇ ਵਿੱਚ ਕੈਪਟਨ ਨੇ 2 ਕੀਤੀਆਂ ਨੇ। ਮਤਲਬ ਕੇਂਦਰ ਤੇ ਪ੍ਰਭਾਵ ਪਾਉਣਾ ਸੀ, ਸੈਂਟਰਲ ਹਾਈਕਮਾਂਡ ਤੇ ਪ੍ਰਭਾਵ ਪਾਉਣਾ ਸੀ ਵੀ ਮੇਰੇ ਕੋਲ ਜੋ ਹੈਗਾ ਇਹਦੇ ਕੋਲ ਨਹੀਂ, ਜੋ ਲੋਕ ਮੈਨੂੰ ਪਸੰਦ ਕਰਦੇ ਇਹਨੂੰ ਨਹੀਂ ਕਰਦੇ ਜੀ। ਅਖੀਰ ਦੇ ਉੱਤੇ ਕੈਪਟਨ ਨੇ ਕੀ ਕਹਿਤਾ ਵੀ ਵੇਖੋ ਜੀ ਮੈਂ ਤੇ ਆਪਣੀ ਪੰਜਾਬ ਕਾਂਗਰਸ ਪਾਰਟੀ ਬਣਾ ਰਿਹਾ, ਜਿਹਦੇ ਕਰਕੇ ਹਾਈ ਕਮਾਂਡ ਨੇ ਸੋਚਿਆ ਵੀ ਭਾਈ ਇਹ ਪਾਰਟੀ ਬਣਾਊਗਾ, ਪਾਰਟੀ ਕੁਝ ਸੋਚ ਲਈਏ। ਉਹਨਾਂ ਮਨਾ ਲਿਆ ਫਿਰ ਬਾਜਵਾ ਸਾਹਿਬ ਨੂੰ ਵੀ ਬਾਜਵਾ ਸਾਹਿਬ ਤੁਸੀਂ ਹਾਲ ਦੀ ਕੜੀ ਪਾਸੇ ਹੋ ਜਾਓ, ਤੁਹਾਨੂੰ ਕੁਝ ਹੋਰ ਦੇ ਦਿਆਂਗੇ ਤੇ ਇਹਨੂੰ ਤੁਸੀਂ ਆ ਲੈਂਦੇ ਅੱਗੇ ਜੀ। ਕੈਪਟਨ ਅਮਰਿੰਦਰ ਸਿੰਘ ਨੇ ਫਿਰ ਪ੍ਰਧਾਨਗੀ ਉਹਦੇ ਕੋਲ ਖੋਈ ਸੀ, ਲਈ ਨਹੀਂ ਖੋਈ ਸੀ ਜੀ ਜੀ ਬਿਲਕੁਲ, ਜਿਹਦਾ ਦਰਦ ਅੱਜ ਵੀ ਜਿਹੜੇ ਉਹ ਬਾਜਵਾ ਸਾਹਿਬ ਆਪਣੇ ਸੀਨੇ ਸਮਝ ਬੈਠੇ ਨੇ। ਹੁਣ ਕਹਾਣੀ ਕੀ ਬਣੀ ਜੀ? ਕਹਾਣੀ ਇਹ ਬਣੀ ਵੀ ਬਾਜਵਾ ਸਾਹਿਬ ਇਹ ਕਹਿ ਚੁੱਕਿਆ ਵੀ ਜਿਹੜੀ ਸਾਡੀ ਕਾਂਗਰਸ ਪਾਰਟੀ 'ਚ ਡੈਮੋਕ੍ਰੇਸੀ ਜੀ, ਤੁਸੀਂ ਆਪਣੀ ਗੱਲ ਜਿਹੜੀ ਲੋਕਤੰਤਰ ਤਰੀਕੇ ਨਾਲ ਕਿਸੇ ਵੀ ਮੰਚ ਤੇ ਕਰ ਸਕਦੇ ਹੋ ਜੀ। ਲੇਕਿਨ ਜਦੋਂ ਉਹ ਕਹਿੰਦੀ ਮੰਚ ਤੇ ਕਰ ਸਕਦੇ ਹੋ, ਉਹਦੇ ਵਿੱਚ ਇਹ ਆ ਵੀ ਜਿਹੜੀ ਉਹਦੇ ਤੇ ਉਹਨੇ ਗੱਲ ਕਹੀ ਵੀ ਜਿਹੜਾ ਸਿੱਧੂ ਆ ਉਹ ਇੱਕ ਵਧੀਆ ਬੰਦਾ ਵਾ ਜੀ, ਇਮਾਨਦਾਰ ਆਦਮੀ ਆ ਜੀ, ਉਹਦੀ ਸੇ ਆ, ਕਰਾਊਡ ਪੁੱਲਰ ਆ, ਉਹਨੂੰ ਬੋਲਣਾ ਆਉਂਦਾ ਵਾ, ਲੇਕਿਨ ਅਸੀਂ ਇਹ ਕਹਿੰਦੇ ਵੀ ਜਿਹੜੇ ਵੀ ਅਹੁਦੇ ਦੇਣੇ ਉਹ ਸੀਨੀਅਰਟੀ ਜ਼ਰੂਰ ਬੰਦੇ ਦੀ ਵੇਖੀ ਜਾਵੇ ਜੀ। ਹੁਣ ਉਹਦੇ ਵਿੱਚ ਜਿਹੜੀ ਇਹ ਮੀਟਿੰਗ ਦੀ ਗੱਲ ਆ, ਮੈਂ ਥੋੜਾ ਤੁਹਾਨੂੰ ਹੋਰ ਜੋੜ ਦਿਆਂ ਜੀ। ਜਿਹੜਾ ਇੱਕ G23 ਪ੍ਰੋਗਰਾਮ ਚੱਲਿਆ ਸੀ ਨਾ ਜੀ ਜੀ ਜੀ, ਜਿਹੜੇ 23 ਵਿਅਕਤੀਆਂ ਨੇ 23 ਕਾਂਗਰਸੀ ਲਿਖ ਕੇ ਦਿੱਤਾ ਸੀ ਸੋਨੀਆ ਗਾਂਧੀ ਨੂੰ ਵੀ ਜਿਹੜੀ ਚੋਣ ਆ ਉਹ ਡੈਮੋਕ੍ਰੈਟਿਕ ਵੇ ਨਾਲ ਕਰਾਈ ਜਾਵੇ ਪ੍ਰਧਾਨਗੀ ਦੀ। ਬਿਲਕੁਲ ਉਹਦੇ ਵਿੱਚ ਨਾਂ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਸੀ, ਭਾਵੇਂ ਨਾਂ ਨਹੀਂ ਆਇਆ ਦਾ ਜੀ। ਜਦੋਂ ਉਹ ਸ਼ਮੂਲੀਅਤ ਦਾ ਪਤਾ ਲੱਗਾ ਤੇ ਰਾਹੁਲ ਗਾਂਧੀ ਬੜਾ ਔਖਾ ਹੋਇਆ ਇਸ ਗੱਲ ਦਾ ਜੀ ਵੀ ਇਹਦੀ ਖਾਤਰ ਅਸੀਂ ਕਿੱਥੋਂ ਤੱਕ ਗਏ ਤੇ ਸਾਡੇ ਵਾਸਤੇ ਇਹ ਤੁਰਿਆ। ਉਦੋਂ ਰਾਹੁਲ ਗਾਂਧੀ ਨੇ ਕਹਿ ਦਿੱਤਾ ਸੀ ਲੀਡਰਾਂ ਨੂੰ ਵੀ ਤੁਸੀਂ ਪ੍ਰਧਾਨਗੀ ਦੀ ਗੱਲ ਕਰਦੇ ਫਿਰਦੇ, ਮੇਰੀ ਮਾਂ ਤੇ ਬਿਮਾਰ ਪਈ ਹਸਪੀਟਲ, ਇਸ ਟਾਈਮ ਤੇ ਤੁਹਾਡੀ ਗੱਲ ਕਰਨ ਦੀ ਕੋਈ ਬਣਦੀ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਉਹ ਇਹ ਚਾਹੁੰਦੇ ਆ ਵੀ ਸਬਕ ਸਿਖਾਉਣਾ ਜੀ ਰਾਹੁਲ ਤੇ ਪ੍ਰਿੰਕਾ, ਲੇਕਿਨ ਸੋਨੀਆ ਚਾਹੁੰਦੀ ਹੈ ਵੀ ਸੈਟਲਮੈਂਟ ਕੀਤੀ ਜਾਵੇ ਜੀ। ਉਹ ਸੈਟਲਮੈਂਟ ਦੇ ਵਿੱਚ ਜਿਹੜੀ ਆ ਇਹ ਬਾਜਵਾ ਵੀ ਕਹਿੰਦਾ ਨਹੀਂ ਜੀ ਅਸੀਂ ਇਹ ਨਹੀਂ ਪ੍ਰਧਾਨ ਨਹੀਂ ਬਣੇਗਾ, ਕੈਪਟਨ ਵੀ ਕਿਹਾ ਵੀ ਇਹ ਪ੍ਰਧਾਨ ਨਹੀਂ ਬਣੇਗਾ ਪ੍ਰਦੇਸ਼ ਕਾਂਗਰਸ ਦਾ। ਰਾਹੁਲ ਤੇ ਪ੍ਰਿੰਕਾ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਣ ਲਈ ਤਿਆਰ ਨੇ ਜੀ। ਕੱਲ ਜਦੋਂ ਲਾਲੀ ਮਜੀਠੀਆ ਦੀ ਤਾਜਪੋਸ਼ੀ ਹੋਈ ਆ ਐਜ਼ ਏ ਚੇਅਰਮੈਨ ਜੀ,
ਉਸ ਟਾਈਮ ਦੇ ਉੱਤੇ ਬਿੱਟੂ ਜਿਹੜਾ ਰਣਜੀਤ ਬਿੱਟੂ ਜਿਹੜਾ ਮੂੰਹ ਦਾ ਬੜਾ ਭਾਕਾ ਹੈਗਾ ਜੀ ਉਹਨੇ ਕਹਿੰਦਾ ਨੋਟ ਐਟ ਆਲ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਨਵਜੋਤ ਸਿੰਘ ਸਿੱਧੂ ਜਿਹੜੀ ਕਾਂਗਰਸੀ ਪ੍ਰਧਾਨਗੀ ਦਿੱਤੀ ਜਾਵੇ। ਲੇਕਿਨ ਅੰਦਰ ਦੀਆਂ ਖਬਰਾਂ ਜਾ ਰਹੀਆਂ ਨੇ ਰਾਹੁਲ ਗਾਂਧੀ ਨੇ ਪੰਜਾਬ ਦੇ ਵਿੱਚ ਗੁਪਤ ਸਰਵੇ ਕਰਾਏ 2 ਜੀ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਦੇ ਵਿੱਚ 18% ਤੇ ਇੱਕ 'ਚ 23%। ਅੱਛਾ ਜੀ। ਉਹਦੇ ਮੁਕਾਬਲੇ ਸਿੱਧੂ ਨੂੰ 67% ਲੋਕ ਚਾਹੁੰਦੇ। ਇਸ ਕਰਕੇ ਕਿਉਂ ਨਹੀਂ ਕਰੂਗਾ? ਹੁਣ ਜਦੋਂ ਪਤਾ ਲੱਗ ਗਿਆ ਵੀ ਉਹਨੂੰ ਪ੍ਰਧਾਨ ਬਣਾ ਦੇਣਾ ਜੀ, ਹੁਣ ਇਹ ਸਾਰੇ ਇੱਕ ਮੰਚ ਤੇ ਇਕੱਠੇ ਹੋ ਗਏ। ਉਹਦੇ ਵਿੱਚ ਕਿਹਾ ਜਾਂਦਾ ਸੀ ਵੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਪ੍ਰਾਈਵੇਟ ਗੱਡੀ 'ਚ ਬਾਜਵੇ ਦੇ ਘਰ ਆ ਚੰਡੀਗੜ੍ਹ ਤੋਂ ਮੀਟਿੰਗ ਉੱਥੇ ਹੋਈ ਹੈ, ਭਾਵੇਂ ਕਿ ਬਾਜਵੇ ਨੇ ਡਿਨਾਈ ਕੀਤਾ ਜੀ ਵੀ ਮੀਟਿੰਗ ਨਹੀਂ ਹੋਈ। ਜੀ ਜੀ, ਹੋ ਸਕਦਾ ਵੀ ਟੈਲੀਫੋਨ ਤੇ ਟਾਕ ਹੋਈ ਵੇ, ਕਿਉਂਕਿ ਕੈਪਟਨ ਦੀ ਤੇ ਬਾਜਵੇ ਦੀ ਬਣਦੀ ਨਹੀਂ, ਲੇਕਿਨ ਬਾਜਵੇ ਦੀ ਤੇ ਬੀਬੀ ਪਰਨੀਤ ਕੌਰ ਦੀ ਆਪਸ ਵਿੱਚ ਚੰਗੀ ਸਾਂਝ ਹੈਗੀ ਹੈ। ਜੀ ਜੀ, ਕੈਪਟਨ ਸਾਹਿਬ ਦੀ ਵਾਈਫ ਦੀ, ਕਿਉਂ ਉਹ ਲੋਕ ਸਭਾ ਮੈਂਬਰ ਹੈ ਤੇ ਉਹ ਰਾਜ ਸਭਾ ਮੈਂਬਰ ਹੈ। ਜੀ ਜੀ, ਜਸਬੀਰ ਸਿੰਘ ਡਿੰਪੇ ਦੀ ਚੰਗੀ ਸਾਂਝ ਹੈਗੀ ਆ, ਉਹਦੀ ਕੈਪਟਨ ਨਾਲ ਵੀ ਸਾਂਝ ਹੈਗੀ ਆ ਤੇ ਬਾਜਵੇ ਦੀ ਸਾਂਝ ਹੈਗੀ ਆ। ਜੀ, ਇਹਨਾਂ ਦੋਵਾਂ ਦੀ ਵਿਚੋਲਗੀ ਦੇ ਕਾਰਨ ਇਹ ਮੀਟਿੰਗ ਹੋਈ ਆ, ਜਾਂ ਟੈਲੀਫੋਨ ਤੇ ਹੋਈ ਜਾਂ ਜੁੱਦੋਂ ਹੋਈ ਆ, ਜਿਹਦੇ ਵਿੱਚ ਉਹਨੇ ਕਹਿਤਾ ਬਾਜਵੇ ਨੇ, ਭਾਈ ਅਸੀਂ ਇਸ ਗੱਲ ਦੇ ਖਿਲਾਫ ਨਹੀਂ ਵੀ ਕਿਸੇ ਦੀ ਜ਼ਿੰਮੇਵਾਰੀ ਨਾ ਸੌਂਪੀ ਜਾਵੇ, ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਸੌਂਪਣੀ, ਛਾਪੋ ਜੋ ਤੁਸੀਂ, ਲੇਕਿਨ ਇਹ ਗੱਲ ਜ਼ਰੂਰ ਸੋਚ ਲਿਓ ਵੀ ਇਹ ਜਿਹੜਾ ਫੁੱਲ ਨੇ ਗੁਲਦਸਤਾ ਸਾਡਾ ਕਾਂਗਰਸ ਦਾ ਹੈਗਾ, ਉਹਦੇ ਵਿੱਚ ਪੁਰਾਣੇ ਫੁੱਲਾਂ ਦਾ ਖਿਆਲ ਜ਼ਰੂਰ ਰੱਖ ਲਿਓ ਤੁਸੀਂ। ਜੀ ਜੀ ਜੀ, ਬਿਲਕੁਲ। ਹੁਣ ਜੇ ਇਹ ਗੱਲ ਕਹੀ ਹੈ ਤੇ ਇਹ ਗੱਲ ਸ਼ੋਅ ਕਰਦੀ ਹੈ ਵੀ ਕਿਤਨਾ ਕਿਤੇ ਦੋਵੇਂ ਲੀਡਰ ਮਿਲੇ ਨੇ, ਦਾਲ 'ਚ ਕੁਝ ਕਾਲਾ ਕਾਲਾ ਹੈਗਾ ਇਹਦੇ ਵਿੱਚ। ਜੀ ਜੀ ਜੀ, ਬਿਲਕੁਲ। ਹੁਣ ਜਿਹੜੇ ਬਾਜਵਾ ਸਾਹਿਬ ਆ ਉਹ ਇਹ ਵੀ ਗੱਲ ਕਹੀ ਜਾਂਦੇ ਵੀ ਮੈਂ ਜਿਹੜਾ 45 ਦਿਨ ਦਾ ਐਂਟੀਮੇਟਮ ਦਿੱਤਾ ਸੀ, 15 ਦਿਨ ਬੀਤ ਗਏ, 30 ਰਹਿ ਗਏ, ਮੇਰਾ ਆਟਾ ਲਾਓ, ਮੈਂ ਜੋ ਮੰਗਾਂ ਰੱਖਿਆ ਸੀ ਨਹੀਂ ਪੂਰੀਆਂ ਹੁੰਦੀਆਂ ਤੇ ਮੈਂ ਆਪਣਾ ਕੰਮ ਕਰੂੰਗਾ ਆਪਣੇ ਤਰੀਕੇ ਨਾਲ। ਉਹ ਕੀ ਕਰਦੇ ਉਹਨਾਂ ਕੋਈ ਰਣਨੀਤੀ ਤੁਹਾਨੂੰ ਦੱਸੀ ਨਹੀਂ, ਕੋਈ ਕੋਈ ਵੀ। ਲੇਕਿਨ ਸਿੱਧੂ ਬਾਰੇ ਇਹ ਆ, ਉਹਨੂੰ ਰੋਕਣ ਵਾਸਤੇ ਸਾਰੇ ਇਕੱਠੇ ਹੋਏ ਨੇ। ਲੇਕਿਨ ਪ੍ਰਿੰਕਾ ਨੇ ਤੇ ਰਾਹੁਲ ਨੇ ਇਹ ਫੈਸਲਾ ਕਰ ਲਿਆ ਵੀ ਜੇ ਪੰਜਾਬ ਦੇ ਵਿੱਚ ਅਸੀਂ ਚੋਣ ਜਿੱਤਣੀ, ਅਗਲੀ ਸਰਕਾਰ ਬਣਾਉਣੀ ਆ ਜੀ, ਤੇ ਸਾਨੂੰ ਪੰਜਾਬ ਦੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਜਿਹੜੀ ਆ ਉਹ ਸਿੱਧੂ ਨੂੰ ਦੇਣੀ ਪੈਗੀ। ਤੇ ਸਿੱਧੂ ਬਾਰੇ ਲਗਭਗ ਫਾਈਨਲ ਹੋ ਗਿਆ ਵਾ, ਇਹ ਕਿਸੇ ਵੇਲੇ ਵੀ ਅਨਾਉਂਸ ਹੋ ਜਾਂਦਾ ਵਾ। ਤੇ ਕਾਂਗਰਸ ਪਾਰਟੀ ਦੀ ਇੱਕ ਫਿਤਰਤ ਆ, ਜਦੋਂ ਅਨਾਉਂਸਮੈਂਟ ਹੋ ਜਾਂਦੀ ਫਿਰ ਆਟੋਮੈਟਿਕਲੀ ਸਾਰੇ ਲੋਕ ਉਹਦੇ ਪਿੱਛੇ ਉਤਰ ਪੈਂਦੇ ਆਪਣੇ ਆਪ। ਜੀ ਜੀ, ਬਿਲਕੁਲ ਬਿਲਕੁਲ। ਪੱਟੀ ਸਾਹਿਬ, ਫਿਰ ਇਹ ਜਿਹੜਾ ਆ ਉਹ ਹੁਣ ਕੁਝ ਦਿਨਾਂ ਦੇ ਵਿੱਚ ਪ੍ਰਧਾਨਗੀ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਮਿਲ ਸਕਦੀ ਹੈ? ਉਮੀਦ ਹੈ ਜੀ ਜੁਲਾਈ ਦੇ ਪਹਿਲੇ ਜਾਂ ਦੂਸਰੇ ਹਫਤੇ ਅਨਾਉਂਸਮੈਂਟ ਹੋ ਸਕਦੀ ਆ, ਕਿਉਂ ਹਰੀਸ਼ ਰਾਵਤ ਨੇ ਵੀ ਕਹਿ ਦਿੱਤਾ ਸੀ ਕੋਈ ਨਹੀਂ ਬਰਸਾਤ ਆਉਣ ਵਾਲੀ ਹੈ ਜੀ, ਇਹਦਾ ਮਤਲਬ ਬਰਸਾਤ ਦੇ ਮੌਸਮ 'ਚ ਅਨਾਉਂਸ ਹੋ ਜਾਏਗਾ। ਜੀ ਜੀ ਜੀ, ਔਰ ਹਰੀਸ਼ ਰਾਵਤ ਵੀ ਕਹਿ ਗਿਆ ਵੀ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹਿਣਗੇ, ਲੇਕਿਨ ਜਿਹੜੇ ਸਿੱਧੂ ਸਾਹਿਬ ਨੇ ਉਹ ਸਾਡਾ ਭਵਿੱਖ ਨੇ। ਕਿਉਂਕਿ ਉਹ ਪਿੱਛੇ ਕਿਉਂ ਹਟੇ? ਉਹਨਾਂ ਨੇ ਇਹ ਸਿਫਾਰਿਸ਼ ਕੀਤੀ ਸੀ ਵੀ ਵੇਖੋ ਸਿੱਧੂ ਨੂੰ ਤੁਸੀਂ ਕਮਾਂਡ ਸੰਭਾਲ ਲਿਓ ਪੰਜਾਬ ਦੀ ਪ੍ਰਦੇਸ਼ ਕਾਂਗਰਸ ਦੀ ਜੀ, ਨੌਜਵਾਨ ਜੂਸ ਜਿਹੜਾ ਸਾਰਾ ਨੇਰੀ ਵਾਂਗੂ ਤੁਰਗੁਲੇ ਪਸੇ ਉਹਦੇ ਪਿੱਛੇ। ਬਿਲਕੁਲ, ਕਿ ਉਹ ਸੈਲੀਬ੍ਰਿਟੀ ਹੈ ਜੀ। ਬਿਲਕੁਲ। ਤੇ ਕੇਂਦਰ ਜਿਹੜੀ ਆ ਰਾਹੁਲ ਤੇ ਪ੍ਰਿੰਕਾ ਕਿਸੇ ਵੀ ਸ਼ਰਤ ਤੇ ਸਿੱਧੂ ਨੂੰ ਨਹੀਂ ਗਵਾਉਣਾ ਚਾਹੁੰਦੇ, ਤੇ ਸਿੱਧੂ ਤੇ ਵੈਸੇ ਕਹਿ ਚੁੱਕੀ ਮੈਂ ਹੁਣ ਜਿਹੜੀ ਆਪਣੀ ਗਾਂਧੀ ਪਰਿਵਾਰ ਉਹਨਾਂ ਦੇ ਬਾਵਰਚੀ ਹੈ। ਬਿਲਕੁਲ ਬਿਲਕੁਲ ਜੀ। ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਕਾਂਗਰਸ ਦੇ ਕੋਲ ਕੋਈ ਨੈਸ਼ਨਲ ਜਿਹੜਾ ਪੱਧਰ ਦਾ ਚਿਹਰਾ ਵੀ ਨਹੀਂ ਇਸ ਵੇਲੇ ਜਿਹੜਾ ਉਹ ਹੈਗਾ। ਤੇ ਪੱਟੀ ਸਾਹਿਬ, ਅਗਲੀ ਗੱਲ ਕਰੀਏ, ਘਰ ਘਰ ਨੌਕਰੀ ਦੀ ਗੱਲ ਹੋਈ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ, ਤੇ ਵਾਕਿਆ ਹੀ ਉਹ ਵਾਅਦਾ ਜਿਹੜਾ ਪੂਰਾ ਹੁੰਦਾ ਨਜ਼ਰ ਕਿਤੇ ਨਾ ਕਿਤੇ ਆ ਰਿਹਾ ਹੈ, ਕਿਉਂਕਿ ਫਤਿਹ ਜੰਗ ਬਾਜਵਾ ਦੇ ਬੇਟੇ ਨੂੰ ਤੇ ਇੱਕ ਹੋਰ ਮੰਤਰੀ ਲੁਧਿਆਣੇ ਤੋਂ ਉਹਨਾਂ ਦੇ ਬੇਟੇ ਨੂੰ ਵੀ ਨੌਕਰੀ ਜਿਹੜੀ ਆ ਉਹ ਮਿਲ ਗਈ ਆ। ਤੇ ਮੈਂ ਸਮਝਦਾ ਕਿ ਗਰੀਬ ਮੰਤਰੀ ਸੀਗੇ ਵਿਚਾਰੇ, ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦੇ ਕੇ ਬੜਾ ਵੱਡਾ ਪਰਉਪਕਾਰ ਕੀਤਾ। ਬਾਕੀ ਜਨਤਾ ਜਿਹੜੀ ਆ ਉਹਨਾਂ ਨੂੰ ਚਾਹੇ ਨੌਕਰੀ ਮਿਲੇ ਜਾਂ ਨਾ ਮਿਲੇ। ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ ਜੀ, ਵੀ ਹਰ ਘਰ ਨੂੰ ਨੌਕਰੀ ਦੇਵਾਂਗੇ ਅਸੀਂ। ਲੇਕਿਨ ਜਿਹੜੀਆਂ ਇਹ 16 ਲੱਖ ਨੌਕਰੀਆਂ ਦਾ ਵਾਅਦਾ ਕਰਦੇ ਜੀ, ਤੇ 12,500 ਪੰਜਾਬ ਦੇ ਪਿੰਡ ਨੇ, ਜੇ 16 ਲੱਖ ਦੀਆਂ ਤੁਸੀਂ ਵਾਅਦਾ ਕਰਦੇ ਨੌਕਰੀ ਦਿੱਤੀਆਂ ਅਸੀਂ, ਇੱਕ ਪਿੰਡ ਦੇ ਵਿੱਚ 125 ਨੌਕਰੀ ਬਣਦੀ ਹੈ ਜੀ। ਆਓ ਆਪਾਂ ਚੱਲਦੇ ਕੈਮਰਾ ਲਾ ਕੇ ਜੀ, ਲੋਕਾਂ ਨੂੰ ਪੁੱਛ ਲੈਂਦੇ ਵੀ ਕੈਪਟਨ ਅਮਰਿੰਦਰ ਸਿੰਘ ਤੁਹਾਡੇ ਪਿੰਡ ਦੇ ਕਿੰਨੇ ਬੰਦੇ ਭਰਤੀ ਕੀਤੇ ਆ? ਜੇ ਕੀਤੇ ਆ ਕੋਈ ਥੋੜੇ ਵਾਲੇ, ਉਹ ਪ੍ਰਾਈਵੇਟ ਕੀਤੇ ਆ ਜੀ, ਜਿਨ੍ਹਾਂ ਦੀ ਤਨਖਾਹ ਕਿਸੇ ਦੀ 5,000, ਕਿਸੇ ਦੀ 7,000, ਕਿਸੇ ਦੀ 10,000, ਇਦੋਂ ਬਾਅਦ ਤਨਖਾਹ ਨਹੀਂ ਕਿਸੇ ਦੀ ਮਿਲ ਰਹੀ ਜੀ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਜਿਹੜੀ ਸੀ ਲੋਕਾਂ ਨਾਲ ਕਮਿਟਮੈਂਟ ਕੀਤੀ ਉਹ ਤੇ ਪੂਰੀ ਨਹੀਂ ਕਰ ਸਕੇ। ਲੇਕਿਨ ਇਹ ਸੀ ਇਹਨਾਂ ਨੇ 1987 ਦਾ ਬਹਾਨਾ ਲਾ ਕੇ
ਕਿ ਉਹਨਾਂ ਕਿਹਾ ਸਤਨਾਮ ਸਿੰਘ ਬਾਜਵਾ ਜਿਹੜੇ ਬਾਜਵਾ ਪ੍ਰਤਾਪ ਸਿੰਘ ਬਾਜਵਾ ਤੇ ਫਤਿਹ ਜੰਗ ਬਾਜਵਾ ਦੇ ਫਾਦਰ ਸਨ ਜੀ, ਉਹਨਾਂ ਨੂੰ ਅੱਤਵਾਦੀਆਂ ਨੇ ਮਾਰਿਆ ਸੀਗਾ ਜੀ। ਜੇ ਉਹਦੀ ਭੁੱਖ ਪੜਤਾਲ ਸਹੀ ਕੀਤੀ ਜਾਵੇ ਉਹ ਕਹਾਣੀਆਂ ਕੁਝ ਹੋਰ ਹੀ ਨੇ, ਹੋਰ ਨਿਕਲਣੀਆਂ ਨੇ। ਜੀ ਜੀ। ਦੂਸਰੀ ਚੀਜ਼ ਜਿਹੜਾ ਇਹਨਾਂ ਦਾ ਬੇਟਾ ਵਾ ਇਹਦਾ ਬਰਥ ਅਮਰੀਕਾ ਦਾ ਵਾ ਜੀ, ਜਿਹਦੀ ਨੌਕਰੀ ਦੀ ਗੱਲ ਕਰਦੇ ਇੰਸਪੈਕਟਰ ਦੀ, ਇਹਦਾ ਬਰਥ ਅਮਰੀਕਾ ਦਾ ਵਾ। ਅੱਛਾ ਜੀ। ਇਹ ਵੀ ਵੇਖਣਾ ਪਊਗਾ ਵੀ ਉਹ ਸਿਟੀਜ਼ਨ ਇੰਡੀਆ ਦਾ ਬਣਿਆ ਕਿ ਨਹੀਂ ਬਣਿਆ, ਕਿ ਸਿਟੀਜ਼ਨ ਉੱਥੋਂ ਦੇ ਹੁੰਦੇ, ਕਿ ਉੱਥੇ ਜੇ ਬਰਥ ਉੱਥੇ ਆ ਤਾਂ ਉੱਥੇ ਪਰ ਪੱਟੀ ਸਾਹਿਬ ਇਹਨਾਂ ਵਾਸਤੇ ਕੋਈ ਪੈਮਾਨਾ ਨਹੀਂ ਹੈ ਕਿ ਸਿੱਧਾ ਹੀ ਤਹਿਸੀਲਦਾਰ ਲਾਤਾ, ਮੈਂ ਉੱਥੇ ਵੜਗਾ ਜੀ, ਲਾਤਾ, ਇਹ ਗੱਲਾਂ ਨੂੰ ਕਲੀਅਰ ਜ਼ਰੂਰ ਕਰੋ ਜੀ। ਹੁਣ ਵੇਖੋ ਇਹ ਲੀਡਰਾਂ ਨੇ ਪਾ ਦਿੱਤਾ ਜੀ, ਵੇਖੋ ਜੀ ਇਹ ਅੱਤਵਾਦ ਪੀੜਤ ਨੇ। ਅੱਤਵਾਦ ਪੀੜਤ ਤੁਸੀਂ 34 ਸਾਲ ਬਾਅਦ ਅੱਤਵਾਦ ਦੀ ਵੀ ਜੇ ਕਿਸੇ ਤੁਸੀਂ ਲੈ ਲਓ ਕਾਨੂੰਨ ਦੇ ਮੁਤਾਬਕ 10 ਸਾਲ ਤੋਂ ਬਾਅਦ ਜੇਕਰ ਕੱਲ੍ਹ ਨੂੰ ਖਤਮ ਹੋ ਜਾਂਦੀ 7 ਸਾਲ ਤੱਕ ਜਿਹੜਾ ਅੱਤਵਾਦ ਤੋਂ ਪੀੜਤ ਹੁੰਦਾ ਮੁਲਾਜ਼ਮ ਉਹਦੇ ਪਰਿਵਾਰ ਨੂੰ ਪੂਰੀ ਤਨਖਾਹ ਦਿੱਤੀ ਜਾਂਦੀ ਹੈ ਜੀ। 7 ਸਾਲ ਬਾਅਦ ਉਹਦੀ ਪੈਨਸ਼ਨ ਲਾਈ ਜਾਂਦੀ ਹੈ। ਜੇ ਉਹ ਲਾਗੂ ਆ ਤੇ ਇੱਥੇ ਇਹ ਵੀ ਲਾਗੂ ਆ ਵੀ ਤੁਹਾਨੂੰ 7 ਸਾਲ ਤੋਂ ਬਾਅਦ ਉਹ ਤੁਸੀਂ ਕੰਸੀਡਰ ਨਹੀਂ ਕਰ ਸਕਦੇ, ਤੁਸੀਂ 34 ਸਾਲ ਤੋਂ ਬਾਅਦ ਕਰ ਰਹੇ ਹੋ। ਪ੍ਰਤਾਪ ਸਿੰਘ ਬਾਜਵਾ ਨੇ ਇੰਨੀ ਗੱਲ ਕਹੀ ਸੀ ਵੀ ਫਤਿਹ ਜੰਗ ਬਾਜਵਾ ਮੈਨੂੰ ਪਤਾ ਵੀ ਇਹੋ ਜਿਹੀ ਕੋਈ ਗਲਤੀ ਨਹੀਂ ਕਰੇਗਾ ਜਿਹੜੀ ਸਾਡੇ ਪਰਿਵਾਰ ਤੇ ਕੋਈ ਆਂਚ ਆਵੇ। ਲੇਕਿਨ ਫਤਿਹ ਜੰਗ ਬਾਜਵਾ ਨੇ ਕਹਿਤਾ ਵੀ ਉਹ ਮੇਰਾ ਭਰਾ, ਮੈਂ ਉਹਦੇ ਨਾਲ ਹਾਂ, ਲੇਕਿਨ ਇੱਧਰ ਮੈਂ ਕੈਪਟਨ ਦੇ ਨਾਲ ਵੀ ਹਾਂ। ਸਿਰਫ ਮੇਰੇ ਬੇਟੇ ਨੂੰ ਇੰਸਪੈਕਟਰ ਭਰਤੀ ਕਰ ਲਓ ਪੁਲਿਸ ਦੇ ਵਿੱਚ, ਸਿਰਫ ਉਹ ਅੱਤਵਾਦ ਦੇ ਵਿੱਚ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਭਰਤੀ ਕਰਨ ਦੀ ਗੱਲ ਕੀਤੀ ਗਈ ਆ। ਜਿਹੜੇ ਰਾਕੇਸ਼ ਪਾਂਡੇ ਨੇ ਉਹਨਾਂ ਦੇ ਫਾਦਰ ਮੈਂ ਕਿਹਾ ਸ਼ਾਇਦ ਜੋਗਿੰਦਰ ਪਾਂਡੇ ਸੀਗੇ, ਉਹਨਾਂ ਦੀ ਪੋਸੀਬਿਲਿਟੀ ਆ ਵੀ ਉਹਨਾਂ ਦੀ ਅੱਤਵਾਦ ਦੇ ਦੌਰਾਨ ਅੱਤਵਾਦੀਆਂ ਹੱਥੋਂ ਜਿਹੜੀ ਮੌਤ ਹੋਈ ਹੋਵੇ। ਲੇਕਿਨ ਮੈਂ ਸੋਚਦਾ 34 ਸਾਲ ਦਾ ਗੈਪ ਜਿਹੜਾ ਹੈਗਾ ਉਹ ਕਿਉਂ? ਉਹਦੇ ਵਿੱਚ ਕਈ ਹੋਰ ਲੋਕ ਹੈਗੇ ਨੇ, ਇੱਕ ਨਹੀਂ ਬਹੁਤ ਲੋਕ ਹੈਗੇ, ਅਸੀਂ ਲਿਸਟ ਦੇ ਇਹਨਾਂ ਨੂੰ ਜੀ। ਉਹ ਤੇ ਘੱਟੋ ਘੱਟ 1000 ਲੋਕ ਹੋਣੇ ਹੋਏ ਜਿਹੜੇ ਕੰਪੀਟੀਸ਼ਨ ਕਰਨ ਦਾ। ਬਿਲਕੁਲ। ਤੁਸੀਂ ਉਹ ਬੀਬੀ ਵੇਖੋ। ਪਰ ਇਹਦੇ ਪਿੱਛੇ ਪੱਟੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੀ ਵੀ ਕੋਈ ਮਜਬੂਰੀ ਲੱਗਦੀ ਹੈ ਜਿਹੜੀ ਹਰ ਗੱਲ ਇਸ ਵੇਲੇ ਮੰਨ ਰਹੇ। ਪਹਿਲਾਂ ਤਾਂ ਕਿਸੇ ਵੀ ਮੰਤਰੀ ਲੀਡਰ ਨੂੰ ਇੱਥੋਂ ਤੱਕ ਜਾਖੜ ਇਹਨਾਂ ਦੇ ਬੂਹੇ ਅੱਗੋਂ ਖਲੋ ਕੇ ਮੁੜਦੇ ਰਹੇ, ਉਹਨਾਂ ਨੂੰ ਮਿਲਦੇ ਤੱਕ ਨਹੀਂ ਰਹੇ। ਜਿਹੜੀ ਮਜਬੂਰੀ ਤੁਹਾਨੂੰ ਪਤਾ ਹੀ ਹੈ ਜੀ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ 80 ਦੇ ਵਿੱਚੋਂ 70 ਬੰਦੇ ਭੁਗਤ ਕੇ ਆਏ ਵੀ ਸਾਡੀ ਆਫੀਸ਼ੀਅਲ ਮਸ਼ੀਨਰੀ ਗੱਲ ਨਹੀਂ ਸੁਣਦੀ ਤੇ ਮੁੱਖ ਮੰਤਰੀ ਸਾਨੂੰ ਨਹੀਂ ਮਿਲਦਾ। ਅਸੀਂ ਲੋਕਾਂ 'ਚ ਜਾਣਾ ਤੇ ਕੀ ਲੈ ਕੇ ਜਾਣਾ ਸਾਨੂੰ ਦੱਸੋ। ਸੀ ਜਿਹੜੇ ਅਸੀਂ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ। ਕੈਪਟਨ ਸਾਹਿਬ ਆਪਣੇ ਸ਼ਿਸ਼ਮਾ ਜਿਹੜਾ ਫਾਰਮ ਉੱਥੇ ਬਹਿ ਕੇ ਕਹਿੰਦੇ ਵੀ 86% ਅਸੀਂ ਵਾਅਦੇ ਪੂਰੇ ਕਰਤੇ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸੀ ਅਸੀਂ 98% ਵਾਅਦੇ ਪੂਰੇ ਕਰਤੇ, 2% ਰਹਿ ਗਏ ਆ ਜੀ। ਇਹ ਜੇ ਚਲੋ ਘੱਟ ਕਹਿੰਦਾ ਥੋੜੀ ਜਿਹੀ ਵੱਖਰੀ ਗੱਲ ਆ। ਉਹ ਲੋਕ ਕਹਿੰਦੇ ਹੈ ਕਿੱਥੇ ਵਾਅਦੇ, ਕਿੱਥੇ ਪੂਰੇ ਕੀਤੇ ਆ ਜੀ। ਮੈਨੂੰ ਇੱਕ ਪੁਰਾਣੀ ਗੱਲ ਆ ਗਈ ਯਾਦ, ਕਹਿੰਦੇ ਜੀ ਸਿੱਖ ਸਨ ਜੀ ਜਦੋਂ ਫੌਜਾਂ ਲੜਨ ਤੋਂ ਵਿਹਲੇ ਹੋ ਗਏ ਨਾ ਜੀ, ਕਹਿੰਦੇ ਆਪਾਂ ਖੇਤੀਬਾੜੀ ਕਰੀਏ। ਖੇਤੀਬਾੜੀ ਕਰਨ ਲੱਗ ਪਏ ਤੇ ਖੇਤੀਬਾੜੀ ਕਰ ਦੋ, ਕਹਿੰਦੇ ਆਪਾਂ ਕੀ ਬੀਜੀਏ ਵੀ? ਉਹ ਕਣਕ ਬੀਜੀਏ, ਝੋਨਾ ਬੀਜੀਏ, ਕੀ ਬੀਜੀਏ? ਕਹਿੰਦੇ ਆਪਾਂ ਗੰਨਾ ਲਾ ਦਈਏ, ਗੰਨੇ ਨੂੰ ਬਹੁਤੀ ਖਿੱਚਲ ਨਹੀਂ ਕਰਨੀ ਪੈਂਦੀ, ਆਪੇ ਹੋ ਜਾਂਦਾ ਵਾ, ਨਾਲੇ ਗੁੜ ਖਾਇਆ ਕਰਾਂਗੇ ਨਾਲੇ ਵੇਚਿਆ ਕਰਾਂਗੇ। ਇੱਕ ਵਿੱਚੋਂ ਕਹਿੰਦਾ ਵੀ ਵੇਖੋ ਜੇ ਤੁਸੀਂ ਇੱਥੇ ਗੰਨਾ ਬੀਜ ਦਿੱਤਾ ਤੇ ਆਪਾਂ ਤਾਂ ਰਹਿਣਾ ਨਹੀਂ ਇੱਥੇ, ਆਪਾਂ ਨੂੰ ਕਿਹੜੇ ਕਿਰਪਾਨਾਂ ਚੁੱਕ ਤੁਰਪਾਣਾ ਪਾ ਜੀ। ਤੇ ਆਹ ਜਿਹੜੇ ਕਬੀਲੇ ਦੇ ਲੋਕ ਤੇ ਆਪਣੇ ਗੰਨੇ ਸਾਰੇ ਚੁੱਕ ਜਾਣੇ ਇਹਨਾਂ ਨੇ। ਕਹਿੰਦੇ ਗੱਲ ਤਾਂ ਠੀਕ ਹੈ, ਇਹਨਾਂ ਚੁੱਕੀਆਂ ਕਿਰਪਾਨਾਂ ਤਾਂ ਉਹਨਾਂ ਨੂੰ ਮਾਰਨ ਚਲੇ ਗਏ। ਉਹ ਕਹਿੰਦਾ ਵੀ ਸਾਡਾ ਕਸੂਰ ਦੱਸੋ, ਕਹਿੰਦਾ ਹੋਰ ਚੁੱਪੋ ਗੰਨੇ ਵਿੱਚੋਂ ਇੱਕ ਕਹਿੰਦਾ ਵੀ ਭਾਈ ਗੰਨੇ ਹੈ ਕਿਤੇ ਤੁਹਾਨੂੰ ਦੱਸ ਦਿਓ। ਹੁਣ ਇਹ ਗੱਲ ਵੀ ਕੈਪਟਨ ਅਮਰਿੰਦਰ ਸਿੰਘ ਉਹ ਗੰਨੇ ਵਾਲੀ ਗੱਲ ਭਾਲਦੇ ਆ ਕਿ ਸਾਨੂੰ ਕੋਈ ਨਾ ਕੋਈ ਮੈਂਬਰ ਵਿੱਚੋਂ ਮਿਲ ਜਾਣ, ਉਹ ਗੱਲ ਬਣਦੀ ਨਹੀਂ। ਜਿਸ 80 ਦੇ ਵਿੱਚੋਂ 70 MLA ਨੇ ਗੱਲ ਕਹਿਆ ਵੀ ਅਸੀਂ ਉਹਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਜੀ। ਇਹ ਪਤਾ ਸੀ ਵੀ ਇਸ ਵੇਲੇ ਕਿ ਮੈਦਾਨ 'ਚ ਘੋੜੇ ਨਹੀਂ ਬਦਲੇ ਜਾਂਦੇ, ਕੈਪਟਨ ਅਮਰਿੰਦਰ ਨੂੰ ਬਦਲਿਆ ਜਾਣਾ ਸੰਭਵ ਨਹੀਂ ਸੀਗਾ ਜੀ। ਲੇਕਿਨ ਉਹਦੇ ਮੁਕਾਬਲੇ ਤੇ ਬੰਦਾ ਖੜਾ ਕਰਨ ਵਾਸਤੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਣਾ ਇੱਕ ਜ਼ਰੂਰੀ ਹੋ ਗਿਆ ਸੀਗਾ। ਹੁਣ ਇਸ ਕਰਕੇ ਉਹ ਜਿਹੜੇ ਨਾਲ ਬੰਦੇ ਜੋੜਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਲੰਚ ਡਿਪਲੋਮੇਸੀ ਸ਼ੁਰੂ ਕੀਤੀ। ਲੰਚ ਤੇ MLA ਬਣਾਏ ਜੀ, ਮੰਤਰੀ ਬਣਾਏ। ਪਰਸੋਂ ਉਹਨਾਂ 22 ਬੁਲਾਏ ਸੀ, 16 ਪੁੱਜੇ ਜੀ। ਕੱਲ ਪਤਾ ਨਹੀਂ ਕਿੰਨੇ ਬੁਲਾਏ ਸੀ, 6 ਪੁੱਜੇ। ਮਤਲਬ ਉਹਨਾਂ ਨੇ ਪਹਿਲਾਂ ਤੇ ਗੱਲ ਨਹੀਂ ਸੀ ਸੁਣਦੇ, ਹੁਣ ਆਪ ਫੋਨ ਕਰਕੇ ਰੋਜ਼ ਹਰ MLA ਨੂੰ ਪੁੱਛਦੇ ਹਾਂਜੀ ਕੀ ਹਾਲ ਚਾਲ ਦੱਸੋ ਜੀ, ਕੋਈ ਸੇਵਾ ਤਾਂ ਹੋਊਗੀ, ਕੋਈ ਕੰਮ ਦੱਸੋ ਕਿਨੂੰ ਕੋਈ। ਬਿਲਕੁਲ। ਜਦੋਂ ਉਹ ਕਹਿੰਦੇ ਸੀ ਭਾਈ ਸਾਨੂੰ ਲੋੜ ਆ ਹੁਣ 6 ਮਹੀਨੇ ਤੁਸੀਂ ਕੀ ਕਰੋਗੇ, ਕੋਈ ਮਰਾਸੀ ਵਾਂਗੂ ਮਰਾਸੀ ਸੀ ਤਾਂ ਕੋਈ ਪਿੰਡੋਂ ਬਾਹਰ ਚਲਾ ਗਿਆ ਜੀ, ਬਾਹਰ ਚਲਾ ਗਿਆ ਤੇ ਅਗਲੇ ਦਿਨ ਵਾਪਸ ਆਉਣਾ ਸੀ ਉਹਨੇ, ਉਹ ਵਾਪਸ ਆਇਆ। 8 ਦਿਨ ਲੱਗ ਗਏ,
ਜਦੋਂ ਪਿੰਡ ਦੇ ਕੋਲ ਆਇਆ ਤੇ ਭੱਜਣ ਸ਼ੁਰੂ ਕਰਤਾ, ਜੁੱਤੀ ਲਾ ਕੇ ਹੱਥ 'ਚ ਫੜੀ ਤੇ ਇੱਕ ਸਿਆਣਾ ਬੰਦਾ ਪੁੱਛਦਾ ਮਰਾਸੀਆ ਕੀ ਗੱਲ ਮੈਂ ਬੜਾ ਭੱਜਿਆ ਜਾਂਦਾ ਜੀ, ਕਹਿੰਦਾ ਯਾਰ ਅੱਗੇ ਬੜਾ ਲੇਟ ਹੋ ਗਿਆ, ਮੈਂ ਕੱਲ ਆਉਣਾ ਇੱਕ ਦਿਨ ਬਾਅਦ ਚੋਣਾ 8 ਦਿਨ ਹੋ ਗਏ ਤੇ ਭੱਜ ਕੇ ਲੇਟ ਕੱਢਣ ਡਿਆ। ਹੁਣ ਕੈਪਟਨ ਸਾਹਿਬ ਲੇਟ ਨਹੀਂ ਨਿਕਲਣੀ, ਹੁਣ ਤੇ ਤੁਹਾਨੂੰ ਲੋਕਾਂ ਦਾ ਸਾਹਮਣਾ ਕਰਨਾ ਪੈਣਾ ਵਾ। ਇਸ ਕਰਕੇ ਜਿਹੜਾ ਵਾ ਇਹ ਉਹ ਸੋਚਦੇ ਵੀ ਸ਼ਾਇਦ ਇਸ ਕਰਕੇ ਮੈਂ ਇਹੋ ਜਿਹੀਆਂ ਸਹੂਲਤਾਂ ਦੇ ਕੇ ਨਾ ਆਪਣੇ ਨਾਲ ਬੰਦੇ ਜੋੜ ਲਵਾਂ, ਲੇਕਿਨ ਉਹ ਜਿਹੜੀ ਗੱਡੀ ਸਟੇਸ਼ਨ ਲੰਘ ਚੁੱਕੀ ਹੈ ਜੀ। ਜੀ ਬਿਲਕੁਲ। ਪੱਟੀ ਸਾਹਿਬ ਅਗਲੀ ਗੱਲ ਕਰਾਂ ਤਾਂ ਜਿਹੜੀ ਨਰਿੰਦਰ ਤੋਮਰ ਨੇ ਖੇਤੀਬਾੜੀ ਮੰਤਰੀ ਨੇ, ਉਹਨਾਂ ਦਾ ਫਿਰ ਬਿਆਨ ਆਇਆ ਕਿ ਕਿਸਾਨਾਂ ਨਾਲ ਗੱਲ ਕਰਾਂਗੇ ਪਰ ਕਾਨੂੰਨ ਨਹੀਂ ਰੱਦ ਕਰਾਂਗੇ। ਬਾਰ-ਬਾਰ ਅਜਿਹੇ ਬਿਆਨ ਜਿਹੜੇ ਆ ਉਹ ਕੀ ਦਰਸਾਉਂਦੇ? ਇੱਕ ਪਾਸੇ ਕਿਸਾਨ ਕਹਿ ਰਹੇ ਆ ਕਿ ਸਾਨੂੰ ਬੁਲਾਇਆ ਗਿਆ ਆ, ਉੱਥੇ ਸਾਨੂੰ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਆ ਕਿ ਤੁਸੀਂ ਜੋ ਮਰਜ਼ੀ ਇਹਦੇ ਵਿੱਚ ਬਦਲ ਕੇ ਜਿਹੜਾ ਆ ਉਹ ਚੇਂਜ ਕਰ ਲਓ, ਜੋ ਮਰਜ਼ੀ ਕਰ ਲਓ, ਬਿਲਕੁਲ ਸਰਕਾਰ ਡਰੀ ਹੋਈ ਆ। ਪਰ ਅਜਿਹੇ ਬਿਆਨ ਜਿਹੜੇ ਆਉਣੇ ਆ ਉਹ ਤੋਂ ਕੀ ਜਿਹੜਾ ਅੰਦਾਜ਼ਾ ਲਗਾਇਆ ਜਾ ਸਕਦਾ? ਇਸ ਚੀਜ਼ ਨੂੰ ਲੈ ਕੇ ਬਹੁਤ ਵਿਦੇਸ਼ਾਂ ਤੋਂ ਵੀ ਫੋਨ ਆਉਂਦੇ ਨੇ ਕਿ ਕੀ ਹੋ ਰਿਹਾ, ਹੁਣ ਕੀ ਚੱਲ ਰਿਹਾ, ਕਿਉਂਕਿ ਮੀਡੀਆ ਕਵਰੇਜ ਵੀ ਜਿਹੜੀ ਆ ਉਹ ਉਨੀ ਨਹੀਂ ਅਜੇ ਹੋ ਰਹੀ ਕਿਸਾਨਾਂ ਦੀ। ਹਰਜੀਤ ਸਿੰਘ ਗਰੇਵਾਲ ਨੇ ਵੀ ਪਰਸੋਂ ਕਹਿ ਦਿੱਤਾ ਸੀ ਜੀ ਕਿ ਜੋ ਮਰਜ਼ੀ ਕਿਸਾਨ ਕਰ ਲੈਣ, ਬਿੱਲ ਵਾਪਸ ਨਹੀਂ ਹੋਣੇ ਜੀ। ਇਹਨਾਂ ਨੇ ਇੱਕ ਲੈਟਰ ਲਿਖੀ ਇਹਨਾਂ ਨੂੰ ਵੀ ਭਾਈ ਅਸੀਂ ਗੱਲਬਾਤ ਲਈ ਤਿਆਰ ਹਾਂ ਜੀ, ਉਹਦਾ ਕੋਈ ਜਵਾਬ ਨਹੀਂ ਆਇਆ। ਹੁਣ ਜੇ ਜਵਾਬ ਆਇਆ ਤਾਂ ਉਹਨਾਂ ਕਹਾ ਜੀ ਕਾਨੂੰਨ ਨਹੀਂ ਬਦਲੇ ਜਾਣਗੇ, ਕਾਨੂੰਨ ਨਹੀਂ ਬਦਲੇ ਜਾਣਗੇ ਜੀ। ਬਾਕੀ ਜੇ ਤੁਸੀਂ ਉੱਦਾਂ ਕੋਈ ਗੱਲਬਾਤ ਕਰਨੀ ਤੇ ਆ ਕੇ ਕਰ ਸਕਦੇ ਹੋ। ਤੇ ਹੋਰ ਗੱਲਬਾਤ ਕਾਹਦੀ ਕਰਨੀ ਜੀ? ਕੋਈ ਮੁੰਡਾ ਬਣਾ ਕੋਈ ਕੁੜੀ ਬਣੀ ਉਧਰ? ਗੱਲ ਤੇ ਸਿਰਫ ਇਹ ਹੈਗੀ ਆ ਵੀ ਕਾਨੂੰਨ ਦੀ ਗੱਲ, ਕਾਨੂੰਨ ਦੀ ਨਾ ਉਹਨਾਂ ਗੱਲ ਕਰਨੀ। ਇਸ ਕਰਕੇ ਉਹਨਾਂ ਦੇ ਛਾਪੇ ਦਾ ਧੂਣ ਦੀ ਗੱਲ ਕੀਤੀ ਆ। ਇੱਕ ਬਿਆਨ ਦੇਣਾ ਸੀ, ਦੇਤਾ ਵੀ ਭਾਈ ਜੋ ਮਰਜ਼ੀ ਕਰ ਲਓ, ਅਸੀਂ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੈਗੇ। ਹੁਣ ਇਹ ਆ ਵੀ ਜਿਹੜੀਆਂ ਅਗਲੀਆਂ ਚੋਣਾਂ 5 ਸਟੇਟਾਂ 'ਚ ਹੋਣੀਆਂ ਵਾ ਜੀ, ਉਹਦਾ ਰਿਜ਼ਲਟ ਵੇਖਣ ਤੋਂ ਬਾਅਦ ਕੁਝ ਹੋਏਗਾ। ਅੱਜ ਕਿਸਾਨ ਇਹ ਮਹਿਸੂਸ ਕਰਦੇ ਨੇ, ਸਰਕਾਰ ਮਹਿਸੂਸ ਕਰਦੀ ਵੀ ਕਿਸਾਨਾਂ ਦੀ ਗਿਣਤੀ ਕਾਫੀ ਘਟ ਗਈ ਹੈ। ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ, ਉੱਥੇ ਗਿਣਤੀ ਕਾਫੀ ਘਟ ਗਈ ਹੈ ਜੀ। ਕੋਈ ਜਦੋਂ ਨਵਾਂ ਕੰਮ ਸ਼ੁਰੂ ਬੜਾ ਬੂਸਟ ਹੁੰਦਾ, ਲੋਕ ਬੜੇ ਨਾਲ ਜੁੜਦੇ ਆ, ਲੇਕਿਨ ਫਿਰ ਵੀ ਅਜੇ ਵੀ ਉਹ ਮੋਰਚਾ ਚੱਲ ਰਿਹਾ ਵਾ। ਤੇ ਮੋਰਚਾ ਇਸੇ ਕਰਕੇ ਉਹਨਾਂ ਨੇ ਕਹਿ ਦਿੱਤਾ ਵੀ 2024 ਤੱਕ ਵੀ ਚੱਲ ਸਕਦਾ, ਜਦੋਂ ਲੋਕ ਸਭਾ ਦੀਆਂ ਚੋਣਾਂ ਆਉਣੀਆਂ ਵਾ। ਇਸੇ ਕਰਕੇ ਉਹਨਾਂ ਨੇ ਇੱਕ ਡੰਗ ਟਪਾਇਆ ਵਾ, ਚੈਲੰਜ ਕੀਤਾ ਕਿਸਾਨਾਂ ਨੂੰ, ਭਾਈ ਜੋ ਮਰਜ਼ੀ ਕੋਲ ਕਾਨੂੰਨ ਰੱਦ ਨਹੀਂ ਜੀ ਹੋਣੇ। ਇਹ ਰਾਜੇਵਾਲ ਸਾਹਿਬ ਨੇ ਗੱਲ ਕਹੀ ਸੀ, ਉਹਨਾਂ ਕਿਹਾ ਸਾਨੂੰ ਇੱਕ ਮੌਕਾ ਦਿੱਤਾ ਸੀ ਉਹਨਾਂ ਨੇ। ਹੋਮ ਮਿਨਿਸਟਰ ਨੇ ਇੰਨੀ ਗੱਲ ਕਹਿ ਦਿੱਤੀ ਸੀ, ਭਾਈ ਆ ਤੁਹਾਨੂੰ ਰੇਲਵੇ ਦਾ ਡੱਬਾ ਦੇ ਦਿੱਤਾ, ਇੱਕ ਅਸੀਂ ਮਾਲ ਗੱਡੀ ਦਾ ਡੱਬਾ ਦੇ ਦਿੱਤਾ, ਇਹਨੂੰ ਖਾਲੀ ਕਰਤਾ, ਧੋਤਾ, ਬਣਾਤਾ, ਇਹਦੇ ਵਿੱਚ ਤੁਸੀਂ ਝੋਨਾ ਪਾਉਣਾ ਝੋਨਾ ਪਾ ਲਓ, ਕਣਕ ਪਾਉਣੀ ਕਣਕ ਪਾ ਲਓ, ਦਾਲ ਪਾਉਣੀ ਦੋ ਪਾਉਣਾ ਪਾ ਲਓ ਜੀ। ਉਹਦੇ ਵਿੱਚ ਇਹਨਾਂ ਕਹਿ ਦਿੱਤਾ ਵੀ ਤੁਸੀਂ ਜਿਹੜੀ ਬਾਹਰ ਇੰਡੀਅਨ ਰੇਲਵੇ ਲਿਖਿਆ ਨਾ, ਉਹ ਲਿਖਿਆ ਰਹਿਣ ਦਿਓ, ਅੰਦਰ ਜੋ ਮਰਜ਼ੀ ਕਰ ਲਓ। ਕਹਿਣ ਤੋਂ ਭਾਵ ਸੀ ਵੀ ਕਾਨੂੰਨਾਂ ਨੂੰ ਸਾਰੇ ਬਦਲ ਦਿਓ, ਲੇਕਿਨ ਜਿਹੜਾ ਡੱਬਾ ਸਾਡਾ ਬਾਹਰਲਾ ਰਹਿਣ ਦਿਓ। ਲੇਕਿਨ ਕਿਸਾਨਾਂ ਕਿਹਾ ਸੀ ਨਹੀਂ ਜੀ, ਫਿਰ ਜੇ ਇਹ ਇੱਥੋਂ ਤੱਕ ਲੱਗੀ ਫਿਰ ਰੱਖਣ ਦੀ ਲੋੜ ਕੀ, ਇਹਨੂੰ ਰਿਪੀਲ ਕੀਤਾ ਜਾਵੇ। ਉਹ ਡੱਬੇ ਦੇ ਬਾਰੇ ਵੀ ਲਿਖਿਆ ਜਾਵੇ ਵੀ ਸੰਯੁਕਤ ਕਿਸਾਨ ਮੋਰਚਾ, ਉਸ ਗੱਲ ਨੂੰ ਮੰਨੇ ਨਹੀਂ ਤੇ ਹੁਣ ਕੰਮ ਲੰਮਾ ਪਏਗਾ ਜੇ ਉਹਨਾਂ ਕਹਿਤਾ। ਲੇਕਿਨ ਜਿਹੜੇ ਸਾਡੇ IB ਦੇ ਮੁਖੀ ਨੇ ਅਰਵਿੰਦ ਕੁਮਾਰ ਜੀ, ਉਹ ਹਾਲ ਦੀ ਘੜੀ ਵੀ ਲੱਗੇ ਆ, ਕਿਉਂ ਕੱਲ ਆਪਣੇ ਨੇ ਹਰਜੀਤ ਗਰੇਵਾਲ ਨੇ ਵੀ ਕਿਹਾ ਸੀ ਵੀ ਸਾਡੀ ਅਫੀਸ਼ੀਅਲ ਮਸ਼ੀਨਰੀ ਲੱਗੀ ਹੈ ਉਹਨਾਂ ਨਾਲ ਗੱਲਬਾਤ ਵਾਸਤੇ। ਜੀ ਬਿਲਕੁਲ। ਪਰ ਸਰ ਸਮਾਂ ਆਪਣੇ ਕੋਲ ਥੋੜਾ ਹੈ, ਕਰੋਨਾ ਦੀ ਤੀਸਰੀ ਲਹਿਰ ਦੀ ਚਰਚਾ ਵੀ ਜਿਹੜੀ ਉਹ ਫੇਰ ਛਿੜ ਗਈ ਆ, ਕਿਉਂਕਿ ਅਜੇ ਇਹਦੇ ਚੋਂ ਮਸਾਂ ਅਸੀਂ ਉੱਭਰੇ ਆ। ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਆ ਉਹ ਹੋਈਆਂ ਨੇ ਤੇ ਤੀਸਰੀ ਲਹਿਰ ਜਿਹੜੀ ਅਕਤੂਬਰ ਦੇ ਵਿੱਚ ਆਂਦੇ ਦਸਤਕ ਦੇ ਸਕਦੀ ਆ। ਪਰ ਕੁਝ ਡਾਕਟਰਸ ਕਹਿ ਰਹੇ ਆ ਕਿ ਜੇ ਵੈਕਸੀਨੇਸ਼ਨ ਜਿਹੜੀ ਅੱਛੇ ਤਰੀਕੇ ਨਾਲ ਹੋ ਜਾਵੇ 60-65% ਨੂੰ, ਤਾਂ ਫਿਰ ਬਚਾਅ ਜਿਹੜਾ ਹੋ ਸਕਦਾ ਆ। ਪਰ ਜਿਵੇਂ ਦੀ ਢਿੱਲ ਅਜੇ ਵੀ ਵੈਕਸੀਨ ਦੇ ਵਿੱਚ ਚੱਲ ਰਹੀ ਹੈ, ਲੱਗਦਾ ਨਹੀਂਗਾ ਕਿ ਵੈਕਸੀਨੇਸ਼ਨ ਜਿਹੜੀ ਆ ਉਹ ਪੂਰੀ ਕਰ ਪਾਊ ਸਰਕਾਰ ਸਮੇਂ ਸਿਰ। ਜਿੱਥੋਂ ਤੱਕ ਵੈਕਸੀਨ ਦੀ ਗੱਲ ਆ ਜੀ, ਜਿਹੜੀ ਵੈਕਸੀਨੇਸ਼ਨ ਆ ਨਾ ਉਹਦੇ ਜ਼ਰਬ ਨਹੀਂ ਮਾਰਦੀ ਜੀ। ਵੈਕਸੀਨੇਸ਼ਨ ਦਾ ਕੰਮ ਸਿਰਫ ਤੁਹਾਡੀ ਇਮਿਊਨਿਟੀ ਵਧਾਉਣੀ ਜੀ, ਅੰਦਰ ਉਹਨਾਂ ਜਰਮਾਂ ਨਾਲ ਲੜਨ ਦੀ ਸ਼ਕਤੀ ਵਧਾਉਣੀ ਜੀ। ਕਿਉਂਕਿ ਜਾਂ ਤਾਂ ਕੋਈ ਇਹੋ ਜਿਹਾ ਵੈਕਸੀਨ ਬਣੇ ਵੀ ਵੈਕਸੀਨ ਤੁਸੀਂ ਲਾਓ ਤੇ ਉਹ ਜਰਮ ਮਾਰ ਦੇਵੇ, ਫਿਰ ਤੇ ਗੱਲ ਬਣ ਜਾਂਦੀ ਹੈ ਜੀ। ਲੇਕਿਨ ਇਹਦੇ ਵਿੱਚ ਇਹ ਆ ਵੀ ਤੀਸਰੀ ਲਹਿਰ ਆ ਰਹੀ ਆ, ਉਹ ਕਹਿੰਦੇ ਉਹ ਦੂਸਰੀ ਲਹਿਰ ਨੂੰ ਵੀ ਜ਼ਿਆਦਾ ਮਜ਼ਬੂਤ ਹੋਊਗੀ ਜੀ ਤੇ ਲੰਮਾ ਸਮਾਂ ਚੱਲੂਗੀ, ਸਾਲ ਵੀ ਚੱਲ ਸਕਦੀ ਹੈ ਜੀ। ਇਹ ਮਾਹਿਰਾਂ ਦੀ ਰਾਏ ਆ। ਜਿਹੜੇ ਸਾਡੇ ਵਰਗੇ ਛੋਟੇ ਗਰੀਬ ਕੰਟਰੀ ਨੇ ਜੀ, ਉਹ ਤੇ ਰੁੱਲ ਜਾਣਗੇ ਉਹਦੇ 'ਚ। ਜੇ 1 ਸਾਲ ਤੁਸੀਂ ਲਾਕਡਾਊਨ ਲਾ ਦਿਓ, 6 ਮਹੀਨੇ ਲਾ ਦਿਓ ਤੇ ਪੱਲੇ ਕੀ ਰਹਿੰਦਾ ਕੰਟਰੀ ਦੇ। ਵੱਡੇ ਕੰਟਰੀ ਰੁਲ ਗਏ ਨੇ ਇਸ ਵੇਲੇ।
ਇਸ ਕਰਕੇ ਸਾਡੇ ਲਈ ਬੜੀ ਵੱਡੀ ਮੁਸੀਬਤ ਆ। ਸਾਨੂੰ ਉਹਦੀਆਂ ਪਹਿਲਾਂ ਤਿਆਰੀਆਂ ਕਰਨੀਆਂ ਪੈਣਗੀਆਂ, ਸਰਕਾਰ ਨੂੰ ਵੀ ਕਰਨੀਆਂ ਪੈਣਗੀਆਂ, ਲੋਕਾਂ ਨੂੰ ਵੀ ਕਰਨੀਆਂ ਪੈਣਗੀਆਂ ਜੀ ਕਿ ਆਪਣੇ ਲੋੜੀਂਦੇ ਪ੍ਰਬੰਧ ਕਰ ਲਓ। ਜੇ ਇਹੋ ਜਿਹੀ ਨੌਬਤ ਆਉਂਦੀ ਸੀ ਟਾਕਰਾ ਕਿਵੇਂ ਕਰਨਾ ਵਾ, ਲੇਕਿਨ ਰੱਬ ਕਰੇ ਕਿ ਇਹ ਲਹਿਰ ਨਾ ਆਵੇ, ਚੰਗੀ ਗੱਲ। ਬਿਲਕੁਲ ਬਿਲਕੁਲ। ਭੱਟੀ ਸਾਹਿਬ ਲਾਸਟ ਦੇ ਉੱਤੇ ਯਾਦ ਕਰ ਲਈਏ ਉੱਡਣੇ ਸਿੱਖ ਮਿਲਖਾ ਸਿੰਘ ਨੂੰ ਵੀ। ਮਿਲਖਾ ਸਿੰਘ ਦੀ ਵੀ ਕਰੋਨਾ ਦੇ ਨਾਲ ਜਿਹੜੀ ਮੌਤ ਆ ਉਹ ਹੋ ਚੁੱਕੀ ਆ। ਬੜੀ ਵੱਡੀ ਸ਼ਖਸੀਅਤ ਸਨ ਮਿਲਖਾ ਸਿੰਘ। ਉਹਨਾਂ ਨੇ ਸਮੁੱਚੇ ਵਿਸ਼ਵ ਭਰ ਦੇ ਵਿੱਚ ਭਾਰਤ ਦਾ ਤੇ ਸਿੱਖਾਂ ਦਾ ਨਾਮ ਜਿਹੜਾ ਆ ਉਹ ਉੱਚਾ ਕੀਤਾ। 91 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ। ਥੋੜ੍ਹੇ ਦਿਨ ਪਹਿਲਾਂ ਇਹਨਾਂ ਦੀ ਵਾਈਫ ਜਿਹੜੇ ਆ ਉਹ ਵੀ ਕਰੋਨਾ ਦੇ ਕਰਕੇ ਹੀ ਇਸ ਦੁਨੀਆ ਤੋਂ ਚਲੇ ਗਏ ਤੇ ਅੱਜ ਮਿਲਖਾ ਸਿੰਘ ਜਿਹੜੇ ਆ ਉਹ ਵੀ ਫੌਤ ਹੋ ਗਏ। ਜਿਹੜੀ ਨਿਰਮਲ ਮਿਲਖਾ ਸਿੰਘ ਇਹਨਾਂ ਦੀ ਵਾਈਫ ਸੀ ਉਹ ਵੀ ਵਾਲੀਬਾਲ ਦੀ ਪਲੇਅਰ ਸੀ ਜੀ। ਇਹ ਵੀ ਉੱਡਣੇ ਸਿੱਖ ਸੀ ਜੀ, ਦੌੜਦੇ ਸੀ ਬਹੁਤ ਸਪੀਡ ਨਾਲ। ਤੁਸੀਂ ਦੱਸਿਆ ਫਿਲਮ ਵਿੱਚ ਬਣੀ ਇਹਨਾਂ ਦੀ। ਜੀ ਜੀ। ਇਹਨਾਂ ਦੀ ਜ਼ਿੰਦਗੀ ਦਾ ਇੱਕ ਇਨਸੀਡੈਂਟ ਮੈਂ ਯਾਦ ਕਰੂੰਗਾ ਥੋੜਾ ਜਿਹਾ। ਜੀ। ਜਦੋਂ ਇੱਕ ਵਾਰੀ ਇਹ ਖੇਡਣ ਵਾਸਤੇ ਗਏ, ਗੋਲਡ ਲੈ ਕੇ ਆਏ। ਜੀ। ਗੋਲਡ ਲਿਆ ਤੇ ਪਾਕਿਸਤਾਨ ਜਿਹੜਾ ਪਲੇਅਰ ਸੀ, ਪਾਕਿਸਤਾਨ ਸਰਕਾਰ ਕਹੇ, ਲੋਕ ਕਹਿੰਦੇ ਵੀ ਸਾਡੇ ਬੰਦੇ ਨੂੰ ਕੋਈ ਹਰਾ ਨਹੀਂ ਸਕਦਾ। ਜੀ ਜੀ ਜੀ। ਇਹਨਾਂ ਪਾਕਿਸਤਾਨ ਕਿਹਾ ਵੀ ਆਓ ਜੀ ਤੁਹਾਡੀ ਇੱਕ ਦੌੜ ਹੋਰ ਲਵਾਈਏ। ਇੰਡੀਅਨ ਗਵਰਨਮੈਂਟ ਨੂੰ ਲਿਖਿਆ, ਇਹਨਾਂ ਨੂੰ ਕਿਹਾ। ਇਹਨਾਂ ਨੇ ਕਹਿਤਾ ਜੀ ਮੈਂ ਪਾਕਿਸਤਾਨ ਨਹੀਂ ਜਾਊਂਗਾ। ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸੀ, ਉਹਨਾਂ ਨੇ ਬੁਲਾਇਆ ਮਿਲਖਾ ਸਿੰਘ ਨੂੰ। ਮਿਲਖਾ ਸਿੰਘ ਤੂੰ ਨਾ ਕਿਉਂ ਕੀਤੀ ਬਈ? ਜੀ। ਉਹ ਕਹਿੰਦਾ ਜੀ ਗੱਲ ਇਹ ਹੈ ਵੀ ਮੇਰੇ ਪਰਿਵਾਰ ਦੇ ਜੀ ਜਿਹੜੇ ਸੀ 1947 ਚ ਬੜੇ ਮਾਰੇ ਸੀ, ਅਸੀਂ ਬੜੀ ਮੁਸ਼ਕਲ ਨਾਲ ਬਚ ਕੇ ਆਏ ਸੀ। ਇਸ ਕਰਕੇ ਮੇਰਾ ਜੀ ਨਹੀਂ ਕਰਦਾ ਉਸ ਲਹੂਲੁਹਾਨ ਧਰਤੀ ਜਾਣ ਵਾਸਤੇ, ਮੇਰਾ ਜੀ ਕਰਦਾ ਤੁਸੀਂ। ਉਹ ਫਿਰ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਵੀ ਮਿਲਖਾ ਸਿੰਘ ਸਾਰਾ ਦੇਸ਼ ਤੇਰੇ ਨਾਲ ਆ ਜੀ, ਸਾਰਾ ਦੇਸ਼ ਤੇਰਾ ਪਰਿਵਾਰ ਆ, ਠੀਕ, ਇਸ ਕਰਕੇ ਤੂੰ ਜਾ ਕੇ ਆਪਣੇ ਦੇਸ਼ ਦਾ ਉੱਚਾ ਕਰਕੇ ਆ ਜੀ। ਇੱਕ ਮੱਖਣ ਸਿੰਘ ਪਲੇਅਰ ਨਾਲ ਹੋਰ ਸੀਗਾ ਜੀ, ਉਹ ਵੀ ਇੱਦਾਂ ਹੀ ਦੌੜਦਾ ਸੀਗਾ। ਇਹ ਦੋਵੇਂ ਗਏ ਉੱਥੇ ਜਾ ਕੇ ਸਟੇਡੀਅਮ ਦੇ ਦੌੜ ਲੱਗੀ, ਸਾਰਾ ਸਟੇਡੀਅਮ ਖਚਾ ਖਚ ਭਰਿਆ। ਕਹਿੰਦੇ ਵੀ ਸਭ ਤੋਂ ਅੱਗੇ ਮੈਂ, ਮੇਰੇ ਪਿੱਛੇ ਮੱਖਣ ਸਿੰਘ ਜੀ, ਮੱਖਣ ਦੇ ਪਿੱਛੇ ਉਹਨਾਂ ਦਾ ਜਿਹੜਾ ਹੈਗਾ ਸੀ ਉੱਡਣਾ ਮੁਸਲਮਾਨ ਉਹ। ਲੇਕਿਨ ਉਹ ਜਦੋਂ ਅਸੀਂ ਦੌੜ ਪੂਰੀ ਕੀਤੀ, ਸਭ ਕੁਝ ਕੀਤਾ, ਤੇ ਜਿਹੜਾ ਜ਼ਿਆ ਖਾਨ ਉੱਥੋਂ ਦਾ ਜਿਹੜਾ ਰਾਸ਼ਟਰਪਤੀ ਸੀ ਉਹਨੇ ਉਦੋਂ ਕਿਹਾ ਸੀ ਇਹ ਉੱਡਣਾ ਸਿੱਖ ਜੀ, ਪਾਕਿਸਤਾਨ ਨੇ ਲਕਬ ਦਿੱਤਾ ਸੀ ਉਹਨੂੰ। ਉਸ ਤੋਂ ਬਾਅਦ ਵੀ ਜਦੋਂ ਕਿਤੇ ਮਿਲਖਾ ਸਿੰਘ ਕੋਈ ਜਿੱਤਦਾ ਸੀ ਨਾ ਤੇ ਆਪਣੇ ਘੇਰੇ ਝੰਡਾ ਵਲੇਟਦਾ ਸੀ, ਇੰਡੀਆ ਦਾ ਝੰਡਾ ਲੈ ਕੇ ਚੱਲਦਾ ਸੀ, ਉਦੋਂ ਵੀ ਪਾਕਿਸਤਾਨ ਨੂੰ ਖੁਸ਼ੀ ਮਨਾਈ ਜਾਂਦੀ ਸੀ ਜੀ ਵੀ ਹੈ ਤੇ ਆਖਰਕਾਰ ਸਾਡਾ ਹੀ ਹੈ ਨਾ, ਜੋ ਮਰਜ਼ੀ ਹੋਵੇ। ਉੱਥੋਂ ਲਕਬ ਮਿਲਿਆ ਸੀ ਉਹਨਾਂ ਨੂੰ ਜੀ। ਉਹਨਾਂ ਨੇ ਆਪਣੀ ਇਹ ਗੱਲ ਆਪ ਦੱਸੀ ਸੀ, ਮੈਨੂੰ ਇੱਕ ਇੰਟਰਵਿਊ ਸੁਣੀ ਸੀ, ਇੱਕ ਬੜੀ ਵੱਡੀ ਗੱਲ ਸੀ ਕਿ ਪ੍ਰਧਾਨ ਮੰਤਰੀ ਦੀ ਇੰਟਰਫੇਰੈਂਸ ਹੋਣੀ, ਉੱਥੇ ਜਾਣਾ, ਉੱਥੋਂ ਇੱਕ ਲਕਬ ਲੈ ਕੇ ਆਉਣਾ ਕਿ ਐਡਾ ਵੱਡਾ ਜੀ। ਉਹਦਾ ਜਿਹੜਾ ਘਾਟਾ ਪਿਆ ਵਾ ਉਹ ਪੂਰਾ ਨਹੀਂ ਹੁੰਦਾ। ਫਿਰ ਖਾਸ ਕਰਕੇ ਇਸ ਕਰੋਨਾ ਦੇ ਵਿੱਚ, ਜੇ ਅੱਜ ਕਰੋਨਾ ਨਾਲ ਡੈਥ ਹੋਈ ਹੁੰਦੀ ਤੇ ਉਹਨਾਂ ਦੀ ਜਿਹੜੀ ਅੰਤਮ ਯਾਤਰਾ ਉਹ ਬੜੀ ਲੰਮੀ ਤੇ ਬਹੁਤ ਵੱਡੀ ਗਿਣਤੀ ਲੋਕ ਸ਼ਾਮਲ ਹੁੰਦੇ ਜੀ। ਬਿਲਕੁਲ, ਬਹੁਤ ਸਾਰੀਆਂ ਰੌਚਕ ਗੱਲਾਂ ਜਿਹੜੀਆਂ ਉਹ ਮਿਲਖਾ ਸਿੰਘ ਦੇ ਜੀਵਨ ਦੇ ਨਾਲ ਜਿਹੜੀਆਂ ਉਹ ਜੁੜੀਆਂ ਹੋਈਆਂ ਨੇ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਪਤਾ ਲੱਗਦੀਆਂ ਨੇ। ਇੱਕ ਵਾਰੀ ਭੱਟੀ ਸਾਹਿਬ ਕਹਿੰਦੇ ਆ ਕਿ ਮਹਾਤਮਾ ਗਾਂਧੀ ਦੇ ਜਨਮ ਦਿਨ ਦੀ ਛੁੱਟੀ ਸੀਗੀ ਤੇ ਕਿਸੇ ਨੇ, ਮਿਲਖਾ ਸਿੰਘ ਨੇ ਕਿਸੇ ਨੂੰ ਪੁੱਛਿਆ ਕਿ ਅੱਜ ਕਾਹਦੀ ਛੁੱਟੀ ਆ, ਤੇ ਉਹਨਾਂ ਨੇ ਦੱਸਿਆ ਕਿ ਮਹਾਤਮਾ ਗਾਂਧੀ ਦਾ ਜਨਮ ਦਿਨ ਹੈ ਤਾਂ ਕਰਕੇ ਪੂਰੇ ਭਾਰਤ ਦੇ ਵਿੱਚ ਅੱਜ ਛੁੱਟੀ ਹੈ। ਤਾਂ ਮਿਲਖਾ ਸਿੰਘ ਨੇ ਕਿਹਾ ਕਿ ਮੈਂ ਵੀ ਛੁੱਟੀ ਜਿਹੜੀ ਆ ਉਹ ਕਰਵਾਊਂਗਾ। ਤੇ ਇੱਕ ਵਾਰੀ ਕਿਸੇ ਖੇਡ ਮੁਕਾਬਲੇ ਦੇ ਵਿੱਚ ਜਦੋਂ ਉਹਨਾਂ ਦੀ ਜਿੱਤ ਹੋਈ ਤਾਂ ਕਹਿੰਦੇ ਕਿ ਜਵਾਹਰ ਲਾਲ ਨਹਿਰੂ ਨੇ ਪੁੱਛਿਆ ਕਿ ਮਿਲਖਾ ਸਿੰਘ ਕੀ ਚਾਹੀਦਾ, ਉਹ ਕਹਿੰਦੇ ਕੁਛ ਨਹੀਂ ਚਾਹੀਦਾ, ਛੁੱਟੀ ਕਰ ਦਿਓ, ਸਾਰੇ ਭਾਰਤ ਦੇ ਵਿੱਚ ਛੁੱਟੀ ਜਿਹੜੀ ਆ ਉਹ ਕਰ ਦਿਓ, ਮੰਗਣ ਨੂੰ ਜੋ ਮਰਜ਼ੀ ਜਿਹੜਾ ਆ ਉਹ ਮੰਗ ਸਕਦੇ ਸੀ, ਲੈ ਸਕਦੇ ਸੀ। ਸੋ ਇੱਕ ਦੌਰ ਜਿਹੜਾ ਆ ਉਹ ਖਤਮ ਹੋਇਆ ਮਿਲਖਾ ਸਿੰਘ ਦੀ ਮੌਤ ਦੇ ਨਾਲ, ਕਿਉਂਕਿ 91 ਸਾਲ ਦੀ ਉਮਰ ਦੇ ਵਿੱਚ ਜਿਹੜਾ ਆ ਉਹ ਉਹਨਾਂ ਦੀ ਮੌਤ ਕਰੋਨਾ ਦੇ ਨਾਲ ਹੋਈ ਤੇ ਉਹਨਾਂ ਦੀ ਪਤਨੀ ਦੀ ਵੀ ਮੌਤ ਹੋਈ। ਜਿਹੇ ਮੌਕੇ ਦੇ ਉੱਤੇ ਪਰਿਵਾਰ ਨੂੰ ਜਿਹੜਾ ਗੁਰੂ ਮਹਾਰਾਜ ਭਾਣਾ ਮੰਨਣ ਦਾ ਬਲ ਬਖਸ਼ਣ, ਕਿਉਂਕਿ 2 ਪਰਿਵਾਰਕ ਮੈਂਬਰ 10 ਕੁ ਦਿਨ ਦੇ ਵਿੱਚ ਹੀ ਚਲੇ ਜਾਣਾ ਬੜੀ ਜਿਹੜੀ ਆ ਉਹ ਵੱਡੀ ਗੱਲ ਹੋ ਜਾਂਦੀ ਆ, ਪਰਿਵਾਰ ਵਾਸਤੇ ਵੀ ਔਖਾ ਹੋ ਜਾਂਦਾ ਆ। ਸੋ ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ, ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।